ਪਹਿਲਾਂ ਤਾਂ ਸਾਨੂੰ ਇਹ ਕਹਿੰਦੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਬਾਕੀ ਲੋਕ ਵੀ ਤੁਹਾਨੂੰ ਪਿੰਡਾਂ 'ਚ ਨਹੀਂ ਜਾਣ ਦੇਣਾ। ਸਾਡੇ ਵਾਲੇ ਇੱਕ ਉਂਗਲ ਕਰਦੇ ਹਨ, ਤੁਹਾਡੇ ਵਾਲ ਤਿੰਨ ਹੋ ਜਾਂਦੇ। ਹਰਜੀਤ ਗਰੇਵਾਲ ਦਾ ਪੰਜਾਬ ਦੇ ਵਿੱਚ ਬਹੁਤ ਵਿਰੋਧ ਹੋਇਆ ਹੈ, ਇਸ ਕਰਕੇ ਜਗਦੀਸ਼ ਜੱਗਾ ਨੂੰ ਰਾਜਪੁਰਾ ਤੋਂ ਖੜੇ ਕਰ ਦਿੱਤਾ। ਚੰਨੀ ਜਿਹੜਾ ਹੈਗਾ ਇਹ ਵੀ ਪਰਿਪੱਕ ਨਹੀਂ ਹੈ। ਸੱਪ ਵੀ ਪਕੜ ਲੈਣਾ ਜੀ, ਮੈਂ ਨਾਗਪਾਸ਼ਾ ਵੀ ਪਾ ਲੈਣਾ ਜੀ, ਮੈਂ ਮੰਜਾ ਵੀ ਬੁਣ ਲੈਣਾ ਜੀ, ਮੈਂ ਉਹ ਬਿਜਲੀ ਵੀ ਠੀਕ ਕਰ ਲੈਣਾ। ਤੇ ਬਈ ਲਾਈਨ ਫਿਰ ਲਾਈਨਮੈਨ ਲੱਗ ਜਾ ਜੇ ਬਿਜਲੀ ਠੀਕ ਕਰ ਲੈਣਾ। ਜੇ ਭਗਵੰਤ ਮਾਨ ਨੂੰ ਆਪਣੀ ਕਾਬਲੀਅਤ ਵੀ ਦਿਖਾਉਣੀ ਪਊਗੀ। ਅੱਛਾ ਐਡਮਿਨਿਸਟ੍ਰੇਟਰ ਨਹੀਂ ਹੈ ਉਹ। ਸਿੱਧੂ ਚਲੋ ਬੋਲਦਾ ਤਾਂ ਹੈ, ਉਹ ਝੂਠ ਝਾਠ ਹੀ ਬੋਲਦਾ ਰਹਿੰਦਾ। ਉਹ ਵੀ ਪੰਜਾਬ ਮਾਡਲ ਕਰਦਾ ਰਹਿੰਦਾ। ਇਹ ਜਿੱਤੇਗਾ ਤਾਂ ਮਜੀਠੀਆ ਹੀ, ਸਿੱਧੂ ਨਹੀਂ ਜਿੱਤਦਾ। ਸਿੱਧੂ ਦਾ ਹਵਾਬਾਜ਼ ਹੈ। ਜਿਸ ਤਰ੍ਹਾਂ ਦਵਿੰਦਰਪਾਲ ਭੁੱਲਰ ਦੀ ਆ ਵਿਚਾਰੇ ਦੀ ਫਾਈਲ ਰੋਕਤੀ ਆ, ਤੇ ਉਹ ਨਹੀਂ ਰੋਕਣੀ ਚਾਹੀਦੀ ਸੀ ਕੇਜਰੀਵਾਲ ਨੂੰ। ਇਹ ਬਹੁਤ ਬੜਾ ਅਪਰਾਧ ਕਰਦਾ ਇੱਦਾਂ ਦਾ। ਇਹ ਕਰਦਾ ਹੀ ਜਾਂਦਾ ਲੋਕਾਂ ਨਾਲ ਇੱਦਾਂ ਦੀਆਂ ਹਰਕਤਾਂ। ਪੁੱਛਾ ਨਾ ਕਿ ਆਰਐਸਐਸ ਸਿੱਖ ਧਰਮ ਨੂੰ ਅੰਦਰ ਖਾਤੇ ਖੋਖਲਾ ਕਰ ਰਹੀ ਹੈ, ਉਸ ਬਾਰੇ ਤੁਹਾਡਾ ਕੀ? ਯਾਰ ਸਵਾਲ ਉਠਾਉਣ ਵਾਲਿਆਂ ਨੂੰ ਤਾਂ ਉਠਾਉਂਦੇ ਰਹਿੰਦੇ ਆ। ਉਹ ਪਹਿਲਾਂ ਬਾਲ ਦਿਵਸ ਵੀ ਨਹੀਂ ਕਰਵਾ ਪਾਏ। 70 ਸਾਲ ਜਿਹੜੇ ਸਵਾਲ ਉਠਾਉਂਦੇ, 74 ਸਾਲ ਦੇਸ਼ ਨੂੰ ਆਜ਼ਾਦ ਹੋਏ ਹੋ ਗਏ ਨਾ। ਇਹ ਤਾਂ ਮਾਊਥ ਪੀਸ ਨੇ ਬਾਦਲਾਂ ਦੇ, ਜਿਹੜੇ ਧਾਮੀ ਸਾਹਿਬ ਨੇ, ਤੇ ਇਹ ਜਥੇਦਾਰ ਸਾਹਿਬ ਵੀ ਉਹੀ ਬੋਲਦੇ ਆ। ਤੁਸੀਂ ਵੇਖ ਰਹੇ ਹੋ ਦਾ ਅਨਮਿਊਟ। ਮੈਂ ਰਣਦੀਪ ਸਿੰਘ। ਪੰਜਾਬ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਸਾਰੀਆਂ ਸਿਆਸੀ ਧਿਰਾਂ ਜ਼ੋਰ ਅਜ਼ਮਾਇਸ਼ ਕਰ ਰਹੀਆਂ ਨੇ। ਕੋਸ਼ਿਸ਼ ਹੋ ਰਹੀ ਹੈ ਕਿ ਆਪਣੀ ਪਾਰਟੀ ਨੂੰ ਵੱਡੇ ਆਧਾਰ ਨਾਲ ਜਿੱਤ ਦਿਵਾਈ ਜਾ ਸਕੇ। ਬੀਜੇਪੀ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਦੌਰਾਨ ਜਦੋਂ ਕਿਸਾਨੀ ਸੰਘਰਸ਼ ਚੱਲਿਆ ਤਾਂ ਪੰਜਾਬ ਦੇ ਵਿੱਚ ਇਹ ਚਰਚਾ ਆਮ ਸੀ ਕਿ ਬੀਜੇਪੀ ਦੇ ਆਗੂ ਹੁਣ ਪੰਜਾਬ ਦੇ ਵਿੱਚ ਥਾਂ ਤੇ ਘਿਰਨਗੇ ਤੇ ਉਹਨਾਂ ਨੂੰ ਘੇਰਿਆ ਵੀ ਜਾ ਰਿਹਾ ਸੀ, ਖਾਸ ਕਰਕੇ ਕਿਸਾਨ ਧਿਰਾਂ ਦੇ ਵੱਲੋਂ। ਪਰ ਹੁਣ ਬੀਜੇਪੀ ਵੀ 2022 ਦੀਆਂ ਇਲੈਕਸ਼ਨਸ ਦੇ ਵਿੱਚ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਗਏ ਨੇ ਤੇ ਬੀਜੇਪੀ ਦਾਅਵਾ ਕਰ ਰਹੀ ਹੈ ਕਿ ਉਹਨਾਂ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਬਣਾਈ ਜਾਏਗੀ। ਹਰਜੀਤ ਗਰੇਵਾਲ ਜੋ ਕਿ ਰਾਜਪੁਰਾ ਤੋਂ ਮੰਨਿਆ ਜਾ ਰਿਹਾ ਸੀ ਕਿ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ, ਪਰ ਉਹਨਾਂ ਨੂੰ ਟਿਕਟ ਨਹੀਂ ਮਿਲੀ। ਜਗਦੀਸ਼ ਜੱਗਾ ਨੂੰ ਰਾਜਪੁਰਾ ਹਲਕੇ ਤੋਂ ਖੜੇ ਕੀਤਾ ਗਿਆ ਹੈ। ਹਰਜੀਤ ਗਰੇਵਾਲ ਬੀਜੇਪੀ ਪਾਰਟੀ ਦਾ ਪ੍ਰਚਾਰ ਕਰ ਰਹੇ ਨੇ, ਆਪਣੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ। ਸਾਡੇ ਨਾਲ ਨੇ ਹਰਜੀਤ ਗਰੇਵਾਲ, ਗੱਲਬਾਤ ਕਰਦੇ ਹਾਂ। ਗਰੇਵਾਲ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਲੱਗਦਾ ਹੈ ਇਸ ਵਾਰ ਸਾਰੀਆਂ ਸਿਆਸੀ ਧਿਰਾਂ ਜ਼ੋਰ ਅਜ਼ਮਾਇਸ਼ ਕਰ ਰਹੀਆਂ ਨੇ, ਪੂਰੀ ਤਰ੍ਹਾਂ ਮੈਦਾਨ ਭਖਿਆ ਹੋਇਆ ਹੈ। ਕਾਂਗਰਸ ਦਾਅਵਾ ਕਰ ਰਹੀ ਹੈ ਕਿ ਉਹਨਾਂ ਦੇ ਵੱਲੋਂ ਮੁੜ ਤੋਂ ਆਪਣੀ ਸਰਕਾਰ ਬਣਾਈ ਜਾਏਗੀ। ਆਮ ਆਦਮੀ ਪਾਰਟੀ ਵੀ ਪੰਜਾਬ ਦੇ ਵਿੱਚ ਆ ਕੇ ਮੁੜ ਤੋਂ ਇੱਕ ਵਾਰ ਜ਼ੋਰ ਲਗਾ ਰਹੀ ਹੈ। ਪਿਛਲੀ ਵਾਰ ਸਰਕਾਰ ਨਹੀਂ ਸੀ ਬਣੀ, ਇਸ ਵਾਰ ਫਿਰ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ। ਬੀਜੇਪੀ ਜਿਸ ਦੇ ਆਗੂਆਂ ਨੂੰ ਪਹਿਲਾਂ ਪੰਜਾਬ ਦੇ ਵਿੱਚ ਨਿਕਲਣਾ ਔਖਾ ਹੋਇਆ ਸੀ, ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਬੀਜੇਪੀ ਨੂੰ ਕੈਂਡੀਡੇਟ ਨਹੀਂ ਲੱਭਣਗੇ, ਪਰ ਹੁਣ ਬੀਜੇਪੀ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਲਗਭਗ ਆਪਣੇ ਕੈਂਡੀਡੇਟ ਖੜੇ ਕਰ ਚੁੱਕੀ ਹੈ। ਕੀ ਲੱਗਦਾ ਤੁਸੀਂ ਕਿੰਨੀਆਂ ਕੁ ਸੀਟਾਂ ਦੇ ਉੱਪਰ ਜਿੱਤ ਦਰਜ ਕਰੋਗੇ? ਕਿੰਨੀ ਕੁ ਤੁਹਾਨੂੰ ਲੋਕ ਸਪੋਰਟ ਕਰਨਗੇ? ਇਸ ਤਰ੍ਹਾਂ ਪਹਿਲਾਂ ਤਾਂ ਸਾਨੂੰ ਇਹ ਕਹਿੰਦੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਬਾਕੀ ਲੋਕ ਵੀ ਤੁਹਾਨੂੰ ਪਿੰਡਾਂ 'ਚ ਨਹੀਂ ਜਾਣ ਦੇਣਾ। ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿੰਦਾ ਸੀ, ਤੁਸੀਂ ਸਾਡੇ ਵਾਲ ਇੱਕ ਉਂਗਲ ਕਰਦੇ ਹੋ, ਤੁਹਾਡੇ ਵਾਲ ਤਿੰਨ ਹੋ ਜਾਂਦੀਆਂ। ਬਾਅਦ 'ਚ ਬਾਰਡਰ 'ਤੇ ਮੈਂ ਉਸ ਚੀਜ਼ ਨੂੰ ਅੱਛਾ ਨਹੀਂ ਮੰਨਦਾ ਵੈਸੇ, ਪਰ ਬਾਅਦ 'ਚ ਬਾਰਡਰ 'ਤੇ ਇੰਨੀਆਂ ਬੜੀਆਂ ਦਾੜੀਆਂ ਸੀ ਜਿਹੜੀਆਂ ਟੰਗੀਆਂ ਹੋਈਆਂ ਸੀ। ਉਹਨਾਂ ਨੇ ਪ੍ਰਦਰਸ਼ਨੀ ਲਗਾਈ ਸੀ ਅਤੇ ਹੋ ਗਿਆ ਸੀ ਨਾ ਉਹਨਾਂ 'ਤੇ ਕੰਮ। ਫਿਰ ਸਾਨੂੰ ਕਹਿਣ ਜੀ ਤੁਹਾਨੂੰ ਕੈਂਡੀਡੇਟ ਨਹੀਂ ਲੱਭਣੇ। ਸਾਡੇ ਕੋਲ ਤਾਂ 5000 ਤੋਂ ਵੱਧ ਤਾਂ ਐਪਲੀਕੇਸ਼ਨਾਂ ਆ ਗਈਆਂ ਉਮੀਦਵਾਰਾਂ ਦੀਆਂ, ਅਤੇ ਬੜਾ ਮੁਸ਼ਕਿਲ ਹੋਇਆ ਫੈਸਲਾ ਕਰਨਾ। ਮੈਂ ਚੁਣਾਵ ਸਮਿਤੀ ਦਾ ਮੈਂਬਰ ਹਾਂ ਤਾਂ ਮੈਨੂੰ ਪਤਾ। ਉਸ ਤੋਂ ਬਾਅਦ ਫਿਰ ਤੁਸੀਂ ਜੇ ਹੁਣ ਚੁਣਾਵ ਕਿਵੇਂ ਲੜੋਗੇ? ਚੁਣਾਵ ਵੀ ਲੜਨ ਲੱਗ ਗਏ, ਕੈਂਡੀਡੇਟ ਵੀ ਹੋ ਗਏ। ਹੁਣ ਉਸ ਤੋਂ ਬਾਅਦ ਚੁਣਾਵ ਉੱਠਣੇ ਵੀ ਸ਼ੁਰੂ ਹੋ ਗਏ। ਪਹਿਲਾਂ ਕਹਿੰਦੇ ਸੀ 1 ਸੀਟ ਆਏਗੀ, 2 ਆਏਗੀ, ਹੁਣ 10 ਤੱਕ ਤਾਂ ਆ ਗਏ। ਅਤੇ ਜਦੋਂ ਤੱਕ ਵੋਟਾਂ ਪੈਣੀਆਂ ਨੇ ਮੇਰੇ ਖਿਆਲ ਉਦੋਂ ਤੱਕ ਪਤਾ ਨਹੀਂ ਕਿੱਥੇ ਤੱਕ ਪਹੁੰਚਣਗੇ। ਤੁਹਾਨੂੰ ਕੀ ਉਮੀਦ ਹੈ? ਤੁਸੀਂ ਦੂਜੀ ਪਾਰਟੀਆਂ ਦੀ ਗੱਲ ਕਰ ਰਹੇ, ਤੁਹਾਨੂੰ ਕਿੰਨੀ ਉਮੀਦ ਹੈ? ਬੀਜੇਪੀ ਕਿੰਨੀ ਕੁ ਜਿੱਤ ਦਰਜ ਕਰਵਾ ਸਕਦੀ ਹੈ? ਕਿੰਨੀਆਂ ਸੀਟਾਂ ਹਾਸਲ ਹੋ ਸਕਦੀਆਂ? ਮੈਂ ਤੁਹਾਨੂੰ ਇੱਕ ਸਾਡੇ ਸੰਗਠਨ ਦੀ ਨੇਚਰ ਦੱਸਦਾ। ਜਦੋਂ ਭਾਰਤੀ ਜਨਸੰਘ ਸੀ ਤਾਂ ਸਾਨੂੰ ਪਤਾ ਹੁੰਦਾ ਸੀ ਕਿ ਸਾਨੂੰ 500 ਜਾਂ 1000 ਵੋਟਾਂ ਮਿਲਣੀਆਂ ਨੇ, ਜ਼ਮਾਨਤ ਜ਼ਬਤ ਹੋਣੀ ਹੈ। ਅਸੀਂ ਉਸ ਵੇਲੇ ਵੀ ਜਿੱਤਣ ਦੇ ਅੰਦਾਜ਼ 'ਚ ਹੀ ਲੜਦੇ ਸੀ ਕਿ ਅਸੀਂ ਜਿੱਤਣਾ, ਫਾਈਟ ਟੂ ਦਾ ਫਿਨਿਸ਼, ਠੀਕ ਹੈ, ਅਖੀਰਲੇ ਦਮ ਤੱਕ ਜੂਝਦੇ ਰਹੋ। ਅਤੇ ਉਹਦਾ ਅਸਰ ਕੀ ਹੋਇਆ ਕਿ ਅੱਜ ਅਸੀਂ ਪ੍ਰਧਾਨ ਮੰਤਰੀ ਬਣਾਇਆ, ਸਰਕਾਰ ਬਣਾਈ, ਅਤੇ ਜੇ ਅਸੀਂ ਉਦੋਂ ਹੌਸਲੇ ਛੱਡ ਦਿੰਦੇ ਔਰ ਬੈਠ ਜਾਂਦੇ ਤਾਂ ਸਾਡੇ ਲਈ ਦਿੱਕਤ ਹੋ ਜਾਣੀ ਸੀ, ਠੀਕ ਹੈ। ਅਤੇ ਅਸੀਂ ਇਸ ਸਟੇਜ 'ਤੇ ਪਹੁੰਚੇ ਔਰ ਉਹ ਇਸੇ ਕਰਕੇ ਆ ਕਿ ਅਸੀਂ ਬੜੇ ਹਿੰਮਤ ਨਾਲ ਲੜਦੇ ਹਾਂ।
ਹੁਣ ਵੀ ਅਸੀਂ ਹਰ ਸੀਟ ਜਿੱਤਣ ਦੇ ਲਈ ਸੰਘਰਸ਼ ਕਰ ਰਹੇ ਹਾਂ, ਖਾਲੀ ਇਸ ਲਈ ਨਹੀਂ ਲੜ ਰਹੇ। ਸਰਕਾਰਾਂ ਤਾਂ ਦੇਖੋ ਡੈਮੋਕ੍ਰੇਸੀ ਹੈ, ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਹੈ ਸਾਡਾ ਦੇਸ਼। ਸਰਕਾਰ ਜ਼ਰੂਰੀ ਨਹੀਂ ਹਰ ਜਗ੍ਹਾ ਸਾਡੀ ਬਣੇ, ਦੂਜਿਆਂ ਦੀ ਵੀ ਬਣਨੀ ਚਾਹੀਦੀ ਹੈ, ਐਸੀ ਗੱਲ ਨਹੀਂ ਹੈ। ਰਲ ਮਿਲ ਕੇ ਹੀ ਦੇਸ਼ ਚੱਲਦਾ। ਅਤੇ ਜਿੱਥੇ ਡੈਮੋਕ੍ਰੇਸੀ ਹੈ ਅਤੇ ਜਿੱਥੇ ਸੱਤਾ ਧਿਰ ਜ਼ਰੂਰੀ ਹੁੰਦੀ ਹੈ ਨਾ, ਉੱਥੇ ਸੂਝਵਾਨ ਅਤੇ ਮਜ਼ਬੂਤ ਵਿਰੋਧੀ ਧਿਰ ਵੀ ਜ਼ਰੂਰੀ ਹੁੰਦੀ ਹੈ। ਗਰੇਵਾਲ ਸਾਹਿਬ, ਤੁਹਾਨੂੰ ਟਿਕਟ ਕਿਉਂ ਨਹੀਂ ਮਿਲ ਸਕੀ? ਉਮੀਦ ਜਤਾਈ ਜਾ ਰਹੀ ਸੀ ਪਹਿਲਾਂ ਕਿ ਤੁਸੀਂ ਵੀ ਲੜੋਗੇ ਰਾਜਪੁਰਾ ਹਲਕਾ ਤੋਂ, ਪਰ ਕਿਤੇ ਨਾ ਕਿਤੇ ਐਂ ਤਾਂ ਨਹੀਂ ਤੁਹਾਡਾ ਵਿਰੋਧ ਹੁੰਦਾ ਰਿਹਾ ਜਦੋਂ ਕਿਸਾਨੀ ਸੰਘਰਸ਼ ਚੱਲਿਆ ਪੰਜਾਬ ਦੇ ਵਿੱਚ? ਬਹੁਤੇ ਬੀਜੇਪੀ ਆਗੂਆਂ ਨੂੰ ਘਰ ਤੋਂ ਬਾਹਰ ਨਿਕਲਣਾ ਲੋਕ ਕਹਿੰਦੇ ਮੁਸ਼ਕਲ ਹੋਇਆ ਸੀ, ਪਰ ਹੁਣ ਤੁਹਾਡੀ ਟਿਕਟ ਕੱਟੀ ਗਈ। ਕਿਸੇ ਉਸੇ ਵਿਰੋਧ ਦਾ ਹਿੱਸਾ ਤਾਂ ਨਹੀਂ ਕਿਤੇ ਹਾਈ ਕਮਾਂਡ ਇਹ ਸੋਚਦੀ ਹੋਵੇ ਕਿ ਹਰਜੀਤ ਗਰੇਵਾਲ ਦਾ ਪੰਜਾਬ ਦੇ ਵਿੱਚ ਬਹੁਤ ਵਿਰੋਧ ਹੋਇਆ ਹੈ, ਇਸ ਕਰਕੇ ਜਗਦੀਸ਼ ਜੱਗਾ ਨੂੰ ਰਾਜਪੁਰਾ ਤੋਂ ਖੜੇ ਕਰ ਦਿੱਤਾ? ਦੇਖੋ, ਇਹ ਸੱਚਾਈ ਆ ਕਿ ਮੈਂ 5 ਸਾਲ ਤੋਂ ਇੱਥੇ ਤਿਆਰੀ ਕਰ ਰਿਹਾ ਸੀ ਔਰ ਮੈਂ ਸੇਵਾ ਵੀ ਕੀਤੀ। ਇਹ ਜਦੋਂ ਮੈਂ ਪਹਿਲਾਂ ਇਲੈਕਸ਼ਨ ਲੜੀ ਸੀ, ਮੈਂ ਉਦੋਂ ਹੀ ਕਹਿਤਾ ਸੀ ਕਿ ਮੈਂ 5 ਸਾਲ ਇੱਥੇ ਰਹਿ ਕੇ ਸੇਵਾ ਕਰੂੰਗਾ। ਮੈਂ ਆਪਦਾ ਫਰਜ਼ ਨਿਭਾਤਾ। ਉਸ ਤੋਂ ਬਾਅਦ ਮੇਰਾ ਰੋਲ ਮੇਰਾ ਸੰਗਠਨ ਤੈਅ ਕਰਦਾ। ਇਹ ਤਾਂ ਹੁਣ ਜਿਨ੍ਹਾਂ ਨੇ ਟਿਕਟਾਂ ਦਾ ਫੈਸਲਾ ਕੀਤਾ ਅਤੇ ਉਹਨਾਂ ਨੂੰ ਪਤਾ ਹੋਣਾ ਕਿ ਉਹਨਾਂ ਨੇ ਕਿਉਂ ਕੀਤਾ, ਕੀ ਹੋਇਆ ਕੀ ਨਹੀਂ ਹੋਇਆ, ਪਰ ਮੈਂ ਟਿਕਟ ਮੰਗਿਆ ਨਹੀਂ ਸੀ। ਟਿਕਟ ਨਾ ਦੇਣਾ ਤਾਂ ਉਦੋਂ ਹੁੰਦਾ ਜਦੋਂ ਤੁਸੀਂ ਟਿਕਟ ਮੰਗਦੇ ਹੋ ਜਾ ਕੇ। ਕੋਈ ਨਹੀਂ ਕਹਿ ਸਕਦਾ ਮੈਂ ਕਿਸੇ ਨੂੰ ਕਿਹਾ ਹੋਵੇ ਮੈਨੂੰ ਟਿਕਟ ਦੇ ਦਿਓ, ਠੀਕ ਹੈ। ਤੁਹਾਨੂੰ ਇੱਕ ਉਮੀਦ ਤਾਂ ਸੀ, ਜਦੋਂ ਉਮੀਦ ਨਾ ਪੂਰੀ ਹੋਵੇ ਕਿਤੇ ਨਾ ਕਿਤੇ ਰੰਜਿਸ਼ ਵੀ ਹੁੰਦਾ? ਮੈਨੂੰ ਕੋਈ ਉਮੀਦ ਨਹੀਂ ਕਿਸੇ ਚੀਜ਼ ਦੀ ਵੀ ਹੁੰਦੀ। ਇੱਕ ਚੀਜ਼ ਹੋਰ ਦੱਸਦਾ, ਮੇਰਾ ਤਾਂ ਗੁਰੂ ਨਾਨਕ 'ਤੇ ਜ਼ਿਆਦਾ ਵਿਸ਼ਵਾਸ ਹੈ, ਪਰਮਾਤਮਾ 'ਤੇ, ਕਿ ਉਹੀ ਕਰੇਗਾ ਜੋ ਵੀ ਕਰਨਾ, ਅਤੇ ਮੈਂ ਆਪਦਾ ਕਰਮ ਕਰਨਾ। ਮੇਰੇ ਕਰਮ ਕਰਨ 'ਚ ਕੋਈ ਕਮੀ ਨਹੀਂ ਰਹਿੰਦੀ, ਕੋਈ ਦਿੱਕਤ ਨਹੀਂ ਹੁੰਦੀ। ਬਾਕੀ ਪਰਮਾਤਮਾ ਨੇ ਕਰਨਾ ਹੁੰਦਾ, ਉਹ ਮੇਰੇ ਲਈ ਬਿਹਤਰ ਕਰਦਾ, ਠੀਕ ਹੈ। ਇਸ ਕਰਕੇ ਮੈਂ ਕਦੇ ਵੀ ਇਹ ਨਹੀਂ ਕਹਿੰਦਾ ਕਿ ਮੈਂ ਕਰਦਾ ਕੁਛ। ਅਤੇ ਬਾਕੀ ਇਹ ਟਿਕਟ ਟੁਕਟ ਮੇਰੇ ਲਈ ਬੜੀ ਛੋਟੀ ਜਿਹੀ ਗੱਲ ਆ। ਮੈਂ ਇੱਕ ਵਿਚਾਰਧਾਰਾ ਨਾਲ ਜੁੜਿਆ ਹੋਇਆ ਕਾਰਜਕਰਤਾ, ਅਤੇ ਮੈਂ ਆਪਦਾ ਕੰਮ ਜਿਹੜਾ ਉਹ ਕਰਦਾ ਰਹਿਣਾ ਅਤੇ ਅੱਗੇ ਵੀ ਕਰਦੇ ਰਹਿਣਾ। ਜਗਦੀਸ਼ ਜੱਗਾ ਦੇ ਹੱਕ ਦੇ ਵਿੱਚ ਫਿਰ ਚੋਣ ਪ੍ਰਚਾਰ ਕਰ ਰਹੇ ਹੋ, ਹੋਰ ਥਾਵਾਂ 'ਤੇ ਵੀ ਜਾ ਰਹੇ ਹੋ? ਦੇਖੋ, ਜਗਦੀਸ਼ ਜੱਗਾ ਜਿਹੜਾ ਸਮਾਜ ਸੇਵਕ ਵੀ ਹੈ ਔਰ ਬੜਾ ਅੱਛਾ ਤਿਆਗ ਤਪੱਸਿਆ ਵਾਲਾ ਵਿਅਕਤੀ ਹੈ, ਅਤੇ ਉਹਦਾ ਆਪਣਾ ਹੀ ਪ੍ਰਭਾਵ ਬਹੁਤ ਆ। ਵੈਸੇ ਅਸੀਂ ਤਾਂ ਜਿੱਥੇ ਜਿੱਥੇ ਕਹਿਣਾ ਹੈਗਾ ਕਹਿਤਾ ਹੈਗਾ, ਕਰ ਰਹੇ ਹਾਂ ਜਿੱਥੇ ਜਾਂਦੇ ਹਾਂ। ਕੱਲ੍ਹ ਵੀ ਮੈਂ 3-4 ਪਿੰਡਾਂ 'ਚ ਗਿਆ ਸੀ, ਪਰ ਮੇਰੇ ਕੋਲ ਨਾਲ ਡੇਰਾਬੱਸੀ ਅਸੈਂਬਲੀ ਵੀ ਪਾਰਟੀ ਨੇ ਡਿਊਟੀ ਦਿੱਤੀ ਹੋਈ ਹੈ, ਮੈਂ ਉਹ ਵੀ ਦੇਖ ਰਿਹਾ। ਹੁਣ ਮੈਂ ਇੱਥੋਂ ਤੁਹਾਡੇ ਕੋਲੋਂ ਉੱਥੇ ਹੀ ਜਾ ਰਿਹਾ, ਅਤੇ ਅਸੀਂ ਮੇਰੇ ਤਾਂ ਕਮਲ ਦਾ ਨਿਸ਼ਾਨ ਜਿੱਥੇ ਵੀ ਹੋਵੇ, ਮੈਨੂੰ ਇਹ ਕਹਿਣ ਦੀ ਲੋੜ ਹੀ ਨਹੀਂ ਕਿ ਮਦਦ ਕਰੋ, ਮੈਂ ਤਾਂ ਵੈਸੇ ਹੀ ਕਰਦਾ। ਕੈਪਟਨ ਅਮਰਿੰਦਰ ਸਿੰਘ ਨੇ ਵੀ ਗੱਠਜੋੜ ਕੀਤਾ ਤੁਹਾਡੇ ਨਾਲ ਢੀਂਡਸਾ ਧੜਾ ਵੀ ਤੁਹਾਡੇ ਨਾਲ ਆ ਗਿਆ। ਕੀ ਲੱਗਦਾ ਹੈ ਬੀਜੇਪੀ ਨੂੰ ਇਸ ਦੀ ਸਪੋਰਟ ਹੋਈ ਹੈ ਪੰਜਾਬ ਦੇ ਵਿੱਚ? ਉਸ ਦੇ ਨਾਲ ਜੇਕਰ ਬੀਜੇਪੀ ਅਲੱਗ ਤੌਰ 'ਤੇ ਲੜਦੀ ਤਾਂ ਤੁਸੀਂ ਕੀ ਸੋਚਦੇ, ਕਿੱਥੇ ਖੜਦੇ? ਅਤੇ ਹੁਣ ਜੇਕਰ ਕੈਪਟਨ ਰਲ ਗਏ ਨੇ ਜਾਂ ਢੀਂਡਸਾ ਪਰਿਵਾਰ ਰਲਿਆ ਤਾਂ ਹੁਣ ਕਿੱਥੇ ਖੜੇ ਦੇਖਦੇ? ਦੇਖੋ, ਮੈਂ ਤਾਂ ਸਮਝਦਾ ਗਠਬੰਧਨ ਬਿਹਤਰ ਕਰੇਗਾ, ਬਿਹਤਰ ਕਰਨਾ ਚਾਹੀਦਾ, ਪਰਫੋਰਮ ਕਰਨਾ ਚਾਹੀਦਾ ਸਾਰਿਆਂ ਨੂੰ, ਅਤੇ ਉਹਨਾਂ ਦੀ ਐਗਜ਼ਿਸਟੈਂਸ ਵੀ ਤਾਂ ਹੀ ਬਚੇਗੀ ਜੇ ਉਹ ਪਰਫੋਰਮ ਕਰਨਗੇ, ਅੱਛਾ ਪ੍ਰਦਰਸ਼ਨ ਕਰਨਗੇ, ਅਤੇ ਅੱਛਾ ਹੀ ਹੋਏਗਾ। ਬਾਕੀ ਬੀਜੇਪੀ ਤਾਂ ਸਭ ਤੋਂ ਬੜੀ ਰਾਜਨੀਤਿਕ ਧਿਰ ਹੋਏਗੀ, ਇਹ ਪੱਕੀ ਗੱਲ ਆ। ਕਿਉਂਕਿ ਲੋਕਾਂ ਦੇ ਵਿੱਚ ਚਰਚਾ ਇਸ ਗੱਲ ਦੀ ਹੈ, ਉਹ ਕਹਿੰਦੇ ਨੇ ਕਿ ਆਗੂ ਜਿਹੜੇ ਜਿਨ੍ਹਾਂ ਨੇ ਬੀਜੇਪੀ ਨਾਲ ਗੱਠਜੋੜ ਕੀਤਾ ਚੱਲੇ ਹੋਏ ਕਾਰਤੂਸ ਨੇ। ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਸਪੈਸ਼ਲੀ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 4.5 ਸਾਲ ਦੇ ਵਿੱਚ ਕੁਝ ਨਹੀਂ ਕੀਤਾ, ਅਤੇ ਢੀਂਡਸਾ ਪਰਿਵਾਰ ਨੂੰ ਵੀ ਉਹ ਰਾਜਨੀਤੀ ਦੇ ਵਿੱਚੋਂ ਇੱਕ ਤਰ੍ਹਾਂ ਮੰਨਫੀ ਮੰਨਦੇ ਨੇ। ਦੇਖੋ, ਕੈਪਟਨ ਅਮਰਿੰਦਰ ਸਿੰਘ ਦੀ ਇੱਕ ਤਾਂ ਖਾਸੀਅਤ ਹੈ ਜੀ ਕਿ ਉਹਨੇ ਜਿਹੜੀ ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੋਵੇ ਔਰ ਉਸ ਕਾਂਗਰਸ ਨੇ ਉਹਨਾਂ ਨੂੰ ਸਜ਼ਾਵਾਂ ਨਾ ਦਿੱਤੀਆਂ ਹੋਣ। ਅੱਜ ਵੀ 27 ਲੋਕ ਐਸੇ ਆ ਜਿਹੜੇ ਨਸਲਕੁਸ਼ੀ ਦੇ ਦੋਸ਼ੀ ਮੰਨੇ ਜਾਂਦੇ ਆ ਲੋਕਾਂ ਦੁਆਰਾ। ਅਦਾਲਤਾਂ 'ਚ ਤਾਂ ਉਹਨਾਂ 'ਤੇ ਕੇਸ ਨਹੀਂ ਚੱਲੇ। ਉਹ 27 ਲੋਕ ਜਿਨ੍ਹਾਂ ਜਗਦੀਸ਼ ਟਾਈਟਰ ਵੀ ਹੈ, ਕਮਲਨਾਥ ਵੀ ਹੈ ਔਰ ਅਜੇ ਮਾਕਨ ਵੀ ਹੈ, ਉਹਦਾ ਤਾਂ ਪੂਰੇ ਪਰਿਵਾਰ ਦੇ ਵੀ ਸਿੱਖਾਂ ਦੇ ਖੂਨ ਨਾਲ ਹੱਥ ਰੰਗੇ ਹੋਏ ਆ, ਹੋਰ ਵੀ ਬਹੁਤ ਸਾਰੇ ਨੇ, ਉਹ ਸਾਰੇ ਕਾਂਗਰਸ ਦੇ ਅੰਦਰ ਉੱਚ ਪਦਾਂ 'ਤੇ ਨੇ, ਠੀਕ ਹੈ। ਅਤੇ ਮੈਂ ਸਮਝਦਾ ਕਿ ਉਸ ਦੇ ਬਾਵਜੂਦ ਉਸ ਕਾਂਗਰਸ ਨੂੰ ਸੱਤਾ 'ਚ ਲੈ ਆਉਣਾ ਔਰ 2 ਵਾਰ ਪੰਜਾਬ 'ਚ ਲੈ ਆਉਣਾ, ਇਹ ਤਾਂ ਕੈਪਟਨ ਅਮਰਿੰਦਰ ਸਿੰਘ ਕੋਲ ਹੀ ਕਲਾ, ਸਾਡੇ ਕੋਲ ਤਾਂ ਹੈ ਨਹੀਂ ਗੀ ਇਹ। ਔਰ ਇਹ ਖਾਲਸਾ ਲਈ ਤਾਂ ਸ਼ਰਮਸਾਰ ਹੋਣ ਵਾਲੀ ਗੱਲ ਸੀ, ਪਰ ਕੈਪਟਨ ਦੀ ਰਾਜਨੀਤਿਕ ਸੂਝ-ਬੂਝ ਦੀ ਦਾਤ ਦੇਣੀ ਪਊਗੀ। ਔਰ ਜਿਹੜੀ ਸੋਨੀਆ ਗਾਂਧੀ ਆ, ਉਹਨੂੰ ਰਾਹੁਲ ਔਰ ਪ੍ਰਿਅੰਕਾ ਨੂੰ ਰਾਜਨੀਤੀ ਪੜ੍ਹਨ ਲਈ ਕੈਪਟਨ ਸਾਹਿਬ ਕੋਲ ਭੇਜਣਾ ਚਾਹੀਦਾ ਸੀ ਸਿੱਖਣ ਵਾਸਤੇ। ਉਹਨੇ ਉਹਨਾਂ ਦਾ ਅਪਮਾਨ ਕਰਨ ਲਈ ਭੇਜਤੇ, ਅਤੇ ਇਹ ਹੁਣ ਸੋਨੀਆ ਗਾਂਧੀ ਦੀ ਸੂਝ-ਬੂਝ ਹੈ ਜਾਂ ਕਾਂਗਰਸ ਦਾ ਕੰਮ ਕਰਨ ਦਾ ਤਰੀਕਾ। ਅਤੇ ਇਸ ਕਰਕੇ
ਮੈਂ ਸਮਝਦਾ ਕੈਪਟਨ ਅਮਰਿੰਦਰ ਸਿੰਘ ਰਾਜਨੀਤੀ ਦੇ ਮਾਹਿਰ ਤਾਂ ਹੈਗੇ ਆ। ਤੁਸੀਂ 84 ਦੀ ਗੱਲ ਸ਼ੁਰੂ ਕਰ ਲਈ ਵਿੱਚ। ਕਾਂਗਰਸ ਤਾਂ ਦੋਸ਼ੀ ਹੈ ਹੀ, ਸਿੱਖ ਮੰਨਦੇ ਨੇ ਉਸ ਨੂੰ। ਪੰਜਾਬ ਦੇ ਵਿੱਚ ਦੋਸ਼ੀ ਮੰਨਿਆ ਜਾਂਦਾ ਕਿ ਕਾਂਗਰਸ ਦੇ ਵੇਲੇ 84 ਦੇ ਵਿੱਚ ਦਰਬਾਰ ਸਾਹਿਬ 'ਤੇ ਵੀ ਅਟੈਕ ਹੋਇਆ, ਨਾਲ ਦਿੱਲੀ ਦੇ ਵਿੱਚ ਕਤਲੇਆਮ ਹੋਇਆ, ਸਜ਼ਾਵਾਂ ਨਹੀਂ ਮਿਲੀਆਂ, 32 ਸਾਲ ਤੋਂ ਉੱਪਰ ਦਾ ਸਮਾਂ ਲੰਘ ਗਿਆ। ਪਰ ਨਾਲ ਬੀਜੇਪੀ ਦੇ ਉੱਪਰ ਵੀ ਇਹ ਆਰੋਪ ਲੱਗਦੇ ਰਹੇ ਕਿ ਬੀਜੇਪੀ ਵੀ ਪਿੱਛੋਂ ਸਪੋਰਟ ਕਰਦੀ ਸੀ ਉਸ ਸਮੇਂ ਕਾਂਗਰਸ ਦੀ। ਬੀਜੇਪੀ ਕੀ ਸਪੋਰਟ ਕਰਦੀ ਸੀ ਇਹ ਦੱਸੋ ਮੈਨੂੰ। ਇਹ ਝੂਠੀਆਂ ਗੱਲਾਂ ਕਰਨ ਨੂੰ ਨਾ ਲੋਕ ਬਹੁਤ ਕਰਦੇ ਆ। ਮੈਨੂੰ ਕੋਈ ਸਬੂਤ ਦਿਓ ਉਹਦਾ, ਜੇ ਸਬੂਤ ਹੈਗਾ ਤਾਂ ਸਾਹਮਣੇ ਅਦਾਲਤ 'ਚ ਲੈ ਕੇ ਆਓ। ਕਹਿੰਦੇ ਅਡਵਾਨੀ ਸਾਹਿਬ ਨੇ ਮਾਈ ਕੰਟਰੀ ਮਾਈ ਲਾਈਫ ਕਿਤਾਬ ਦੇ ਵਿੱਚ ਵੀ ਲਿਖਿਆ ਵੀ ਅਸੀਂ ਵੀ ਉਸ ਸਮੇਂ ਸਹਿਮਤ ਸੀ ਇਸ ਗੱਲ ਦੇ। ਉਹ ਤਾਂ ਅੱਜ ਤੋਂ 7-8 ਸਾਲ ਪਹਿਲਾਂ ਤਾਂ ਕਿਤਾਬ ਲਿਖੀ ਗਈ ਹੈ। ਹਾਂਜੀ, 7-8 ਸਾਲ ਪਹਿਲਾਂ ਲਿਖੀ ਗਈ ਹੈ। ਫਰਜ਼ ਕੀਤਾ ਤੁਸੀਂ ਸੱਤਾ 'ਚ, ਹੁਣ ਇੱਥੇ ਚਰਨਜੀਤ ਚੰਨੀ ਸੱਤਾ 'ਚ ਨੇ, ਮੈਂ ਉਹਨਾਂ ਨੂੰ ਕਹਿਣਾ ਕਿ ਅਸੀਂ ਤੁਹਾਡੀ ਹਮਾਇਤ ਕਰਦੇ ਹਾਂ, ਗੋਲੀ ਚਲਾ ਦਿਓ। ਅਤੇ ਗੋਲੀ ਤਾਂ ਉਹਨਾਂ ਨੇ ਚਲਾਉਣੀ ਹੈ ਨਾ, ਕੰਮ ਤਾਂ ਉਹਨਾਂ ਨੇ ਕਰਨਾ, ਜਾਂ ਅਸੀਂ ਕਰ ਦੇਣਾ। ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਕਰਨੀਆਂ ਠੀਕ ਨਹੀਂ ਹੁੰਦੀਆਂ। ਹਾਂ, ਇੰਦਰਾ ਗਾਂਧੀ ਅਸੀਂ ਸਮਰਥਨ ਕਰਦੇ ਸੀ। ਕਿਸ ਚੀਜ਼ ਦਾ ਕਰਦੇ ਸੀ? ਜਿਹੜੇ ਉਹਨੇ ਪਾਕਿਸਤਾਨ ਦੇ 2 ਟੁਕੜੇ ਕੀਤੇ, ਬੰਗਲਾਦੇਸ਼ ਔਰ ਪਾਕਿਸਤਾਨ ਬਣਾਤਾ, ਠੀਕ ਹੈ, ਉਸ 'ਤੇ ਸਮਰਥਨ ਸੀ ਉਹਦਾ। ਅਤੇ ਜਿਹੜਾ ਗਲਤ ਕੰਮ ਕਰੂਗੀ ਐਮਰਜੈਂਸੀ ਦੇ ਖਿਲਾਫ, ਸਾਡੇ ਲੀਡਰ ਵੀ ਜੇਲ੍ਹਾਂ 'ਚ ਰਹੇ, ਉੱਥੇ ਉਹਦਾ ਵਿਰੋਧ ਸੀ। ਤੁਸੀਂ ਕਹਿੰਦੇ ਜੋ ਕਤਲੇਆਮ ਹੋਇਆ ਉਸ ਦਾ ਕੋਈ ਸਮਰਥਨ ਨਹੀਂ ਕੀਤਾ? ਨਹੀਂ, ਕੋਈ ਸਮਰਥਨ ਨਹੀਂ ਹੈ, ਕੋਈ ਸਮਰਥਨ ਨਹੀਂ ਹੈ। ਹੁਣ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ। ਪੰਜਾਬ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ? ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਬੀਜੇਪੀ ਆਗੂ ਘਿਰ ਰਹੇ ਨੇ ਲਗਾਤਾਰ, ਹੁਣ ਉਲਟਾ ਹੋ ਗਿਆ। ਪੰਜਾਬ ਦੇ ਬਹੁਤੇ ਆਗੂ ਜਿਹੜੇ ਨੇ ਬੀਜੇਪੀ ਜੁਆਇਨ ਕਰ ਰਹੇ ਨੇ, ਕਾਂਗਰਸ ਦੇ ਵਿੱਚੋਂ ਵੀ, ਹੋਰ ਪਾਰਟੀਆਂ ਦੇ ਵਿੱਚੋਂ ਵੀ। ਲੋਕਾਂ ਦੇ ਵਿੱਚ ਚਰਚਾ ਐ ਸੀ ਕਿ ਆਖਰਕਾਰ ਕਿਹੜਾ ਜਾਦੂ ਕਰ ਦਿੱਤਾ ਬੀਜੇਪੀ ਨੇ ਕਿ ਬੀਜੇਪੀ ਦੇ ਵਿੱਚ ਲਗਾਤਾਰ ਆਗੂ ਜਾ ਰਹੇ ਨੇ। ਪਹਿਲਾਂ ਬੀਜੇਪੀ ਦੇ ਆਗੂਆਂ ਨੂੰ ਘਰਾਂ ਦੇ ਵਿੱਚੋਂ, ਪੰਜਾਬ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋਇਆ ਸੀ। ਨਾਲ ਚਰਚਾ ਇਸ ਗੱਲ ਦੀ ਹੈ ਕਿ ਈਡੀ ਦੇ ਛਾਪੇ ਦੇ ਰਾਹੀਂ ਜਾਂ ਬਾਹ ਮਰੋੜ ਕੇ ਤਾਂ ਨਹੀਂ ਜੁਆਇਨ ਕਰਵਾਇਆ ਜਾ ਰਿਹਾ। ਕੀ ਸੱਚਾਈ ਕੀ ਹੈ? ਹੁਣ ਤੁਸੀਂ ਮੈਨੂੰ ਦੱਸੋ, ਕਈ ਲੋਕ ਤਾਂ ਐਸੇ ਜੁਆਇਨ ਕਰ ਰਹੇ ਆ ਜਿਹੜੇ ਵਿਚਾਰੇ ਜ਼ਮੀਨੀ ਆਦਮੀ ਨੇ। 5000 ਤੋਂ ਵੱਧ ਉਹਨਾਂ ਲੋਕਾਂ ਨੇ ਜੁਆਇਨ ਕੀਤਾ, ਜਿਹੜੇ ਕੋਈ ਮਾਰਕੀਟ ਕਮੇਟੀ ਦਾ ਚੇਅਰਮੈਨ ਰਿਹਾ, ਕੋਈ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਰਿਹਾ, ਕੋਈ ਪਿੰਡ ਦਾ ਸਰਪੰਚ ਰਿਹਾ। ਇਸ ਤਰ੍ਹਾਂ ਦੇ ਲੋਕ ਨੇ, 5000 ਦੇ ਕਰੀਬ ਨੇ ਇਹ ਸਾਰੇ। ਹੁਣ ਤੁਸੀਂ ਉਹ ਗਰੀਬ ਆਦਮੀ ਜਿਹੜੇ ਪਿੰਡਾਂ ਦੇ ਅੰਦਰ ਰਹਿੰਦੇ ਆ, ਉਹਨਾਂ ਦਾ ਈਡੀ ਕੀ ਵਿਗਾੜ ਲਊਗਾ? ਉਹ ਤਾਂ ਗੁਰਬਤ 'ਚ ਰਹਿੰਦੇ ਆ, ਗਰੀਬੀ 'ਚ ਰਹਿੰਦੇ ਆ, ਅਤੇ ਉਹ ਕੋਈ ਈਡੀ ਦੇ ਡਰ ਨਾਲ ਹੋਏ? ਉਹ ਤਾਂ ਆਪਦੇ ਆਪ ਹੀ ਆ ਹੁੰਦੇ ਸੀ। ਬਹੁਤ ਸਾਰੇ ਲੋਕ ਸਾਡੇ ਕੋਲ ਸ਼ਾਮਲ ਕਰਨੇ ਰਹਿ ਗਏ। ਸਾਡੇ ਕੋਲ ਟਾਈਮ ਨਹੀਂ ਸੀ ਉਸ ਵੇਲੇ, ਕਿਉਂਕਿ ਸਮਾਂ ਬਹੁਤ ਘੱਟ ਬਚਿਆ ਨਾ ਸਾਡੇ ਕੋਲ। ਇਸ ਕਰਕੇ ਐਸੀ ਕੋਈ ਗੱਲ ਨਹੀਂ ਹੈ। ਹੁਣ ਕੀ ਲੱਗਦਾ ਹੈ, ਪੰਜਾਬ ਦੀ ਰਾਜਨੀਤੀ ਨੂੰ ਕਿੱਥੇ ਦੇਖਦੇ ਹੋ? ਕਿਹੜੀ ਪਾਰਟੀ ਦੇ ਨਾਲ ਮੁਕਾਬਲਾ ਮੰਨਦੇ ਹੋ ਤੁਸੀਂ? ਬੀਜੇਪੀ ਦਾ, ਕਾਂਗਰਸ ਦੇ ਨਾਲ, ਆਮ ਆਦਮੀ ਪਾਰਟੀ ਦੇ ਨਾਲ? ਤੁਹਾਨੂੰ ਕੀ ਲੱਗਦਾ ਹੈ ਪੰਜਾਬ ਦੇ ਵਿੱਚ ਕਿਸ ਦੀ ਸਰਕਾਰ ਆ ਰਹੀ ਹੈ? ਜਿਵੇਂ ਸਿੱਧੇ ਸ਼ਬਦ ਕਹੇ ਜਾਂਦੇ ਨੇ ਕਿ ਹਵਾ ਕਿਸ ਪਾਰਟੀ ਦੀ ਹੈ? ਦੇਖੋ, ਹਵਾ ਕਿਸੇ ਦੀ ਨਹੀਂ ਹੈ। ਐਵੇਂ ਤੁਹਾਨੂੰ ਝੂਠੀਆਂ ਗੱਲਾਂ ਕਰੀਏ। ਸਾਰਿਆਂ ਦਾ ਮੁਕਾਬਲਾ ਆਪਸ 'ਚ, ਔਰ ਲੋਕਾਂ ਨੂੰ ਜਾ ਕੇ ਜਿਹੜਾ ਵਿਸ਼ਵਾਸ ਦਿਵਾ ਲੇਗਾ ਇਹਨਾਂ ਦਿਨਾਂ 'ਚ, ਜਿਹੜਾ ਜਾ ਕੇ ਉਹਨਾਂ ਦਾ ਦਰਵਾਜ਼ਾ ਨੌਕ ਕਰੇਗਾ। ਪਹਿਲਾਂ ਇੱਕ ਕਲਚਰ ਹੁੰਦਾ ਸੀ ਕਿ ਲੋਕ ਨਾ ਪਿੰਡਾਂ 'ਚ ਅਤੇ ਆਮ ਲੋਕਾਂ 'ਚ ਰਹਿੰਦੇ ਸੀ। ਹੁਣ ਜਿਹੜਾ MLA ਬਣ ਜਾਂਦਾ, ਤੁਸੀਂ ਇਹ ਦੇਖੋ ਪਿਛਲੇ ਲੰਬੇ ਸਮੇਂ ਤੋਂ, ਉਹ ਆਪਣੇ ਡਿਸਟ੍ਰਿਕਟ ਹੈੱਡਕੁਆਟਰ 'ਤੇ ਫਿਰ ਕੋਠੀ ਬਣਾ ਲੈਂਦਾ। 5 ਸਾਲ 'ਚ ਰਹਿੰਦੇ ਵਧੀਆ ਕੋਠੀ। ਜੇ ਕੋਈ ਦੂਸਰੀ ਵਾਰ ਬਣ ਗਿਆ, ਉਹਦੀ ਕੋਠੀ ਚੰਡੀਗੜ੍ਹ ਆ ਜੂ। ਜੇ ਕੋਈ ਤੀਸਰੀ ਵਾਰ ਬਣ ਗਿਆ, ਸਿੱਧਾ ਦਿੱਲੀ। ਫਿਰ ਉਹਨੇ ਆਪਦੇ ਹਲਕੇ 'ਚ ਤਾਂ ਆਉਣਾ ਹੀ ਨਹੀਂ, ਲੋਕਾਂ ਨੂੰ ਮਿਲਣਾ ਹੀ ਨਹੀਂ। ਇਸ ਤਰ੍ਹਾਂ ਦਾ ਕਲਚਰ ਹੋ ਗਿਆ ਪਾਰਟੀਆਂ ਦਾ ਅਤੇ ਲੀਡਰਾਂ ਦਾ, ਠੀਕ ਹੈ। ਜਦੋਂ ਤੱਕ ਇਸ ਤਰ੍ਹਾਂ ਦਾ ਕਲਚਰ ਰਹੇਗਾ, ਉਹ ਲੋਕਾਂ ਤੋਂ ਕੱਟੇ ਰਹਿਣਗੇ। ਉਹਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਵੀ ਨਹੀਂ ਪਤਾ ਚੱਲਦਾ, ਉਹਦਾ ਕੀ ਸਮਾਧਾਨ ਕਰਨਾ ਉਹਦਾ ਵੀ ਨਹੀਂ ਪਤਾ ਚੱਲਦਾ। ਇਹ ਇੱਕ ਰਾਜਨੀਤਿਕ ਜਿਹੜੀ ਸਾਡੀ ਦਿਸ਼ਾ ਹੈਗੀ ਆ, ਉਹ ਵਿਗੜੀ ਆ ਕਾਫੀ ਟਾਈਮ ਤੋਂ। ਸਾਰੀ ਪਾਰਟੀਆਂ ਦੇ ਜਿਹੜੇ ਆਗੂ ਨੇ ਉਹ ਇਸ ਗੱਲ ਦਾ ਦਾਅਵਾ ਕਰ ਰਹੇ ਨੇ ਕਿ ਉਹਨਾਂ ਦੀ ਪਾਰਟੀ ਸਰਕਾਰ ਬਣਾਏਗੀ। ਤੁਸੀਂ ਕਹਿੰਦੇ ਹੋ ਹਵਾ ਕਿਸੇ ਦੀ ਨਹੀਂ। ਕਿਤੇ ਨਾ ਕਿਤੇ ਤੁਹਾਨੂੰ ਆਪਣੀ ਪਾਰਟੀ 'ਤੇ ਜਾਂ ਆਪਣੇ ਆਪ 'ਤੇ ਵਿਸ਼ਵਾਸ ਨਹੀਂ ਹੈ। ਤੁਸੀਂ ਕਹਿੰਦੇ ਹੋ ਕਿ ਮੁਕਾਬਲਾ ਹੈ, ਹਵਾ ਕਿਸੇ ਦੀ ਨਹੀਂ। ਬਾਕੀ ਪਾਰਟੀਆਂ ਦੇ ਆਗੂ ਕਹਿ ਰਹੇ ਨੇ ਉਹਨਾਂ ਦੀ ਪਾਰਟੀ ਦੀ ਹਵਾ ਹੈ। ਕਾਂਗਰਸ ਦੀ ਗੱਲ ਕਰੀਏ, ਉਹ ਕਹਿੰਦੇ ਨੇ ਅਸੀਂ ਸਰਕਾਰ ਬਣਾਵਾਂਗੇ। ਆਮ ਆਦਮੀ ਪਾਰਟੀ ਕਹਿੰਦੀ ਅਸੀਂ ਸਰਕਾਰ ਬਣਾਵਾਂਗੇ। ਜਿਹਨੇ ਝੂਠ ਬੋਲਣ ਦਾ ਠੇਕਾ ਲਿਆ ਉਹ ਬੋਲੀ ਜਾਵੇ, ਮੈਂ ਤਾਂ ਨਹੀਂ ਲਿਆ। ਇਸ ਕਰਕੇ ਮੈਂ ਤਾਂ ਸਿੱਧੀ ਗੱਲ ਕਰਨ ਵਾਲਾ ਬੰਦਾ। ਅਤੇ ਸਿੱਧੀ ਗੱਲ ਇਹ ਆ ਕਿ ਨਾ ਕਿਸੇ ਦੀ ਹਵਾ, ਨਾ ਕੇਜਰੀਵਾਲ ਦੀ ਹੈ, ਨਾ ਕਾਂਗਰਸ ਦੀ ਹੈ। ਸਾਰਿਆਂ ਦਾ ਮੁਕਾਬਲਾ ਸਖਤ ਮੁਕਾਬਲੇ 'ਚ ਨੇ। ਔਰ ਇਸ ਵੇਲੇ 5 ਕਾਰਨਰਡ ਕੰਟੈਸਟ ਆ। ਅਜੇ ਕਿਸਾਨ ਥੋੜ੍ਹਾ ਜਿਹਾ ਜਿਹੜਾ ਇਹਨਾਂ ਦਾ ਮੋਰਚਾ, ਸੰਯੁਕਤ ਸਮਾਜ ਮੋਰਚਾ, ਉਹ ਪਿੱਛੇ ਆ। ਕਿਉਂਕਿ ਉਹ ਰਾਜਨੀਤੀ ਦੇ ਪਰਪੱਕ ਖਿਲਾੜੀ ਨਹੀਂ ਹੈਗੇ।
ਇਸ ਕਰਕੇ ਪਿੱਛੇ ਨੇ। ਆਰਗੇਨਾਈਜ਼ਡ ਉਹਨਾਂ ਦਾ ਸੰਗਠਨ ਨਹੀਂ ਹੈ। ਤੁਹਾਨੂੰ ਲੱਗਦਾ ਕੋਈ ਸੰਯੁਕਤ ਸਮਾਜ ਮੋਰਚਾ ਵੀ ਕੋਈ ਸੀਟ ਜਿੱਤ ਪਾਏਗਾ ਪੰਜਾਬ ਦੇ ਵਿੱਚ? ਉਹ ਸੀਟ ਜਿੱਤੇ ਨਾ ਜਿੱਤੇ, ਬਾਕੀ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਖੇਲ ਕਰ ਦੇਗਾ। ਇਹਨਾਂ ਦਾ ਨੁਕਸਾਨ ਹੈ। ਮਤਲਬ ਤੁਸੀਂ ਕਹਿੰਦੇ ਹੋ ਕਿ ਆਮ ਆਦਮੀ ਪਾਰਟੀ ਦਾ ਸੰਯੁਕਤ ਸਮਾਜ ਮੋਰਚਾ ਨੁਕਸਾਨ ਕਰੇਗਾ, ਕਾਂਗਰਸ ਦਾ ਨਹੀਂ ਕਰੇਗਾ ਜਾਂ ਕਿਸੇ ਹੋਰ ਪਾਰਟੀ ਦਾ? ਬਾਕੀਆਂ ਦਾ ਵੀ ਹੋਏਗਾ ਪਰ ਇਹਨਾਂ ਦਾ ਜ਼ਰੂਰ ਕਰੇਗਾ। ਜ਼ਿਆਦਾ ਨੁਕਸਾਨ ਤੁਸੀਂ ਕਹਿੰਦੇ ਹੋ ਆਮ ਆਦਮੀ ਪਾਰਟੀ ਦਾ। ਬਿਲਕੁਲ ਬਿਲਕੁਲ। ਭਗਵੰਤ ਮਾਨ ਨੂੰ ਚਿਹਰਾ ਐਲਾਨੇ ਆ, ਭਗਵੰਤ ਮਾਨ ਦੇ ਚਿਹਰਾ ਐਲਾਨਣ ਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਟਰੋਂਗ ਹੋਈ ਹੈ? ਪਿਛਲੀ ਵਾਰ ਵੀ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਪਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆ ਨਹੀਂ ਸੀ ਸਕੀ। ਇਸ ਵਾਰ ਤੁਹਾਨੂੰ ਕੀ ਲੱਗਦਾ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਆ ਜਾਏਗੀ? ਕਿਉਂਕਿ ਵਾਰ-ਵਾਰ ਇਹ ਕਿਹਾ ਜਾ ਰਿਹਾ ਇੱਕ ਮੌਕਾ ਕੇਜਰੀਵਾਲ ਨੂੰ, ਇੱਕ ਮੌਕਾ ਭਗਵੰਤ ਮਾਨ ਨੂੰ। ਇੱਦਾਂ ਨਹੀਂ ਮੌਕੇ ਮਿਲਦੇ ਹੁੰਦੇ। ਭਗਵੰਤ ਮਾਨ ਨੂੰ ਆਪਣੀ ਕਾਬਲੀਅਤ ਵੀ ਦਿਖਾਉਣੀ ਪਊਗੀ। ਅੱਛਾ ਐਡਮਿਨਿਸਟ੍ਰੇਟਰ ਨਹੀਂ ਹੈ ਉਹ, ਔਰ ਕਈ ਚੀਜ਼ਾਂ ਦੀ ਕਮੀ ਹੈ ਉਹਦੇ 'ਚ। ਉਹ ਸਾਰੀ ਲੋਕਾਂ ਦੇ ਸਾਹਮਣੇ ਆਊ ਤਾਂ ਪਤਾ ਲੱਗੂਗਾ। ਆਮ ਜਨਤਾ ਜਿਹੜੇ ਸੂਝਵਾਨ ਲੋਕ ਨੇ ਉਹ ਇੱਦਾਂ ਵਿਸ਼ਵਾਸ ਨਹੀਂ ਕਰਦੇ। ਅਤੇ ਇਹ ਵੀ ਹੁਣ ਚੰਨੀ ਜਿਹੜਾ ਹੈਗਾ ਇਹ ਵੀ ਪਰਿਪੱਕ ਨਹੀਂ ਹੈ ਬੰਦਾ, ਐਡਮਿਨਿਸਟ੍ਰੇਟਰ ਨਹੀਂ ਹੈ। ਅਤੇ ਠੀਕ ਆ, ਕੰਮ ਚੱਲ ਗਿਆ, ਮੈਂ ਸੱਪ ਵੀ ਪਕੜ ਲੈਣਾ ਜੀ, ਮੈਂ ਨਾਗ ਪਾਸ਼ਾ ਵੀ ਪਾ ਲੈਣਾ ਜੀ, ਮੈਂ ਮੰਜਾ ਵੀ ਬੁਣ ਲੈਣਾ ਜੀ, ਮੈਂ ਉਹ ਬਿਜਲੀ ਵੀ ਠੀਕ ਕਰ ਲੈਣਾ। ਅਤੇ ਬਈ ਫਿਰ ਲਾਈਨਮੈਨ ਲੱਗ ਜਾ ਜੇ ਬਿਜਲੀ ਠੀਕ ਕਰ ਲੈਣਾ। ਮੰਜਾ ਬੁਣ ਲੈਣਾ ਤਾਂ ਫਿਰ ਮੰਜੇ ਦਾ ਬਿਜ਼ਨਸ ਕਰ ਲੈ, ਉਹ ਬੁਣਿਆ ਕਰ। ਤੂੰ ਸੱਤਾ ਚਲਾਉਣੀ ਆ ਉਹਦੀ ਗੱਲ ਕਰ। ਤੇਰਾ ਵਿਜ਼ਨ ਕੀ ਆ ਪੰਜਾਬ ਦਾ? ਪੰਜਾਬ ਕਰਜ਼ੇ ਦੇ ਬੋਝ ਹੇਠ ਦਬਿਆ ਪਿਆ, ਇਹਨੂੰ ਕਿਸ ਤਰ੍ਹਾਂ ਕੱਢਣਾ, ਲੋਕਾਂ 'ਤੇ ਜ਼ਿਆਦਾ ਟੈਕਸਸ ਵੀ ਨਾ ਲੱਗਣ, ਪੰਜਾਬ ਦੀ ਆਰਥਿਕਤਾ ਵੀ ਠੀਕ ਹੋ ਜੇ, ਇਹ ਦੱਸਣਾ। ਇਹਦਾ ਰੋਡ ਮੈਪ ਕੀ ਆ ਉਹ ਦੱਸ। ਇਹ ਤਾਂ ਦੱਸਣਾ ਪੈਂਦਾ ਨਾ ਲੀਡਰ ਨੂੰ। ਅਤੇ ਇਸ ਕਰਕੇ ਇੱਦਾਂ ਦੀਆਂ ਗੱਲਾਂ ਨਹੀਂ। ਜਿਵੇਂ ਸਿੱਧੂ ਚਲੋ ਬੋਲਦਾ ਤਾਂ ਹੈ, ਉਹ ਝੂਠ ਝਾਠ ਹੀ ਬੋਲਦਾ ਰਹਿੰਦਾ। ਉਹ ਵੀ ਪੰਜਾਬ ਮਾਡਲ ਕਰਦਾ ਰਹਿੰਦਾ। ਉਹਦਾ ਪੰਜਾਬ ਮਾਡਲ ਵੀ ਇੰਪਲੀਮੈਂਟ ਹੋਣ ਵਾਲਾ ਨਹੀਂ ਹੈ। ਕਿਹੜੀ ਜਗ੍ਹਾ ਹੋਇਆ? ਬਾਕੀ ਸਟੇਟਾਂ ਵੀ ਹੈਗੀਆਂ ਨੇ, ਉਹਦਾ ਮਾਡਲ ਕਿਤੇ ਇੰਪਲੀਮੈਂਟ ਹੋਇਆ? ਚੰਨੀ ਦੀ ਗੱਲ ਕੀਤੀ, ਕੇਜਰੀਵਾਲ ਕਹਿੰਦੇ ਕਿ ਉਹ ਆਮ ਆਦਮੀ ਨੇ, ਚੰਨੀ ਸਾਹਿਬ ਨੇ ਕਿਹਾ ਕਿ ਆਮ ਆਦਮੀ ਮੈਂ ਲੋਕਾਂ ਦੇ ਵਿੱਚ ਵਿਚਰਦਾ। ਤੁਹਾਨੂੰ ਕੀ ਲੱਗਦਾ ਹੈ ਆਮ ਆਦਮੀ ਕੌਣ ਹੈ? ਸਾਰੇ ਹੀ ਆਮ ਆਦਮੀ ਨੇ। ਇਹ ਐਵੇਂ ਇੱਧਰਲੀਆਂ ਉੱਧਰਲੀਆਂ ਗੱਲਾਂ ਮਾਰੀ ਜਾਂਦੇ ਆ, ਬਾਅਦ 'ਚ ਇਹ ਸਰਮਾਏਦਾਰਾਂ ਨਾਲ ਮਿਲ ਕੇ ਪੈਸੇ ਪੂਸੇ ਖਾ ਜਾਂਦੇ ਆ। ਕੇਜਰੀਵਾਲ ਵੀ ਹੁਣ ਆਮ ਆਦਮੀ ਨਹੀਂ ਰਿਹਾ, ਚੰਨੀ ਵੀ ਨਹੀਂ ਰਿਹਾ। ਜਿਹਦੇ ਰਿਸ਼ਤੇਦਾਰ ਦੇ ਘਰੋਂ 10 ਕਰੋੜ ਕੈਸ਼ ਫੜਿਆ ਜਾਵੇ, ਹੈਂ 10 ਕਰੋੜ ਕੈਸ਼ ਕਿਸੇ ਦੇ ਰੱਖਿਆ ਹੁੰਦਾ? ਜੇ ਕੋਈ 400 ਕਰੋੜ ਦਾ ਵੀ ਬਿਜ਼ਨਸ ਕਰਦਾ, ਉਹਦੇ ਘਰੇ 10 ਕਰੋੜ ਕੈਸ਼ ਨਹੀਂ ਹੋ ਸਕਦਾ। ਚੰਨੀ ਸਾਹਿਬ ਕਹਿੰਦੇ ਉਹ ਰਿਸ਼ਤੇਦਾਰ ਨੇ, ਮੇਰਾ ਕੀ ਕਸੂਰ ਇਸ 'ਚ? ਰਿਸ਼ਤੇਦਾਰ ਨੇ, ਤੇਰੇ ਹੀ ਰਿਸ਼ਤੇਦਾਰ ਦੇ ਕਿਉਂ ਆ ਬਈ? ਮਾਈਨਿੰਗ ਦਾ ਕੰਮ ਤੂੰ ਉਹਨਾਂ ਨੂੰ ਕਰਾਉਣਾ ਅਤੇ ਤੇਰੇ ਹੀ ਰਿਸ਼ਤੇਦਾਰ ਦੇ ਕਿਉਂ ਆ? ਇਹ ਕੋਈ ਦੱਸੇਗਾ ਨਹੀਂ। ਇਹ ਜਵਾਬ ਦੇਣੇ ਪੈਂਦੇ, ਜਨਤਾ ਜਵਾਬ ਮੰਗੇਗੀ। ਅੰਮ੍ਰਿਤਸਰ ਦੇ ਵਿੱਚ ਇੱਕ ਸੀਟ ਤੋਂ ਨਵਜੋਤ ਸਿੰਘ ਸਿੱਧੂ ਤੇ ਬਿਕਰਮਜੀਤ ਸਿੰਘ ਮਜੀਠੀਆ ਆਮੋ ਸਾਹਮਣੇ ਨੇ। ਤੁਹਾਨੂੰ ਕੀ ਲੱਗਦਾ ਹੈ ਦੋਨਾਂ ਦੇ ਵਿੱਚੋਂ ਕੌਣ ਜਿੱਤ ਸਕਦਾ ਹੈ? ਉਹ ਇਹ ਕੋਈ ਰਾਜਨੀਤੀ ਥੋੜ੍ਹਾ ਹੋਇਆ, ਕੋਈ ਜਿੱਤੇਗਾ ਤਾਂ ਮਜੀਠੀਆ ਹੀ, ਸਿੱਧੂ ਨਹੀਂ ਜਿੱਤਦਾ। ਸਿੱਧੂ ਦਾ ਹਵਾਬਾਜ਼ ਆ। ਪਰ ਇਸ ਤਰ੍ਹਾਂ ਵੀ ਕੀ ਕਰਨਾ ਕਿ ਤੂੰ ਉਹ ਸੀਟ ਛੱਡ ਮੇਰੇ ਸਾਹਮਣੇ ਆ, ਉਹ ਕਹੇ ਨਹੀਂ ਮੈਂ ਤੇਰੇ ਸਾਹਮਣੇ ਆਉਣਾ, ਤੈਨੂੰ ਹੱਸਣਾ ਸਿਖਾਉਣਾ। ਇਹ ਗੱਲਾਂ ਠੀਕ ਨਹੀਂ ਹੈ। ਕੋਈ ਰਾਜਨੀਤੀ ਹੈ, ਰਾਜਨੀਤੀ ਮੁੱਦਿਆਂ ਦੀ ਹੁੰਦੀ ਹੈ, ਰਾਜਨੀਤੀ ਹਲੀਮੀ ਦੀ ਹੁੰਦੀ ਹੈ, ਰਾਜਨੀਤੀ ਇੱਕ ਸੂਝ-ਬੂਝ ਦੀ ਹੁੰਦੀ ਹੈ, ਰਾਜਨੀਤੀ ਸੰਯਮ ਦੀ ਹੁੰਦੀ ਹੈ। ਇੱਕ ਦੂਜੇ ਨੂੰ ਪੁੱਠਾ ਸਿੱਧਾ ਬੋਲਣਾ, ਤੈਨੂੰ ਮੈਂ ਤੇਰੇ ਪਟੇ ਮਾਰੂੰਗਾ, ਤੇਰੇ ਬਟੇ ਕੱਢ ਦੂੰਗਾ, ਤੇਰਾ ਆਹ ਕਰ ਦੂੰਗਾ, ਫਿਰ ਪੁਲਿਸ 'ਚ ਭਰਤੀ ਹੋ ਜਾਓ ਜਾ ਕੇ ਜੇ ਇਹ ਕੰਮ ਕਰਨਾ ਤਾਂ। ਰਾਜਨੇਤਾ ਤੁਸੀਂ ਕਾਹਦੇ ਹੋਏ? ਇਹ ਕੋਈ ਗੱਲਾਂ ਨੇ ਕਰਨ ਵਾਲੀਆਂ। ਤੁਸੀਂ ਮੁੱਦਿਆਂ ਦੀ ਗੱਲ ਕੀਤੀ, ਬੀਜੇਪੀ ਕਿਹੜੇ ਮੁੱਦੇ ਲੈ ਕੇ ਆ ਰਹੀ ਹੈ? ਆਮ ਆਦਮੀ ਪਾਰਟੀ ਨੇ ਤਾਂ ਗਰੰਟੀਆਂ ਦੇਤੀਆਂ ਕਿ ਅਸੀਂ ਆਹ ਗਰੰਟੀਆਂ ਦਿੰਦੇ ਹਾਂ, ਅਸੀਂ ਇਹ ਕੰਮ ਪੂਰੇ ਕਰਾਂਗੇ। ਬਾਕੀ ਵੀ ਕਹਿ ਰਹੇ ਨੇ, ਬੀਜੇਪੀ ਕਿਹੜੇ ਲੈ ਕੇ ਆਈ? ਆਮ ਆਦਮੀ ਪਾਰਟੀ ਵਾਸਤਵਿਕਤਾ ਤੋਂ ਦੂਰ ਆ, ਜਿਹੜੀ ਅਸਲੀਅਤ ਆ ਉਸ ਤੋਂ ਬਹੁਤ ਦੂਰ ਆ। ਤੁਸੀਂ ਕਹਿ ਰਹੇ ਹੋ ਅਸੀਂ 1000 ਰੁਪਇਆ ਮਹਿਲਾਵਾਂ ਨੂੰ ਦੇਵਾਂਗੇ। ਭਾਈ ਜਿੱਥੇ ਤੂੰ ਇੰਨੀ ਦੇਰ ਤੋਂ ਮੁੱਖ ਮੰਤਰੀ ਬਣਿਆ, ਜਿੱਥੇ ਤੇਰੀ ਕਲਮ ਚੱਲਦੀ ਆ, ਉੱਥੇ ਦਿੱਲੀ 'ਚ ਪਹਿਲਾਂ ਦੇ ਦੇ, ਉੱਥੇ ਤਾਂ ਦਿੱਤਾ ਨਹੀਂ, ਇੱਥੇ ਆ ਕੇ ਦੇਂਗਾ ਤੂੰ ਇੰਨਾ ਬੜਾ ਦਾਨੀ ਹੋ ਗਿਆ। ਇਹ ਗੱਲਾਂ ਠੀਕ ਨਹੀਂ ਹੈ ਔਰ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਵੀ ਨਹੀਂ ਚਾਹੀਦੀਆਂ। ਅਤੇ ਮੈਂ ਇਹ ਸਮਝਦਾ ਕਿ ਬੀਜੇਪੀ ਉਹੀ ਗੱਲ ਕਰੇਗੀ ਜਿਹੜੀ ਹੋ ਸਕਦੀ ਹੈ। ਸੰਕਲਪ ਪੱਤਰ ਆਉਣ ਵਾਲਾ, ਉਹਦੇ ਸਾਰਾ ਕੁਛ ਲਿਖਿਆ ਹੋਇਆ, ਸਭ ਸਾਹਮਣੇ ਆ ਜਾਏਗਾ। ਅਸੀਂ 1 ਲੱਖ ਕਰੋੜ ਤੋਂ ਵੱਧ ਦਾ ਤਾਂ ਇੱਥੇ ਇਨਵੈਸਟਮੈਂਟ ਲੈ ਕੇ ਆਵਾਂਗੇ ਜਿੱਦਾਂ ਹੀ ਸਰਕਾਰ ਆਏਗੀ। ਉਹਦੇ ਨਾਲ ਇੱਥੋਂ ਦੀ ਫਿਰ ਜਿਹੜੇ ਆ 60,000 ਕਰੋੜ ਦੇ ਪ੍ਰੋਜੈਕਟ ਸੀਗੇ ਮੋਦੀ ਜੀ ਨੇ ਅਨਾਊਂਸ ਕਰਨੇ ਸੀ। ਹਰ ਜ਼ਿਲ੍ਹੇ 'ਚ ਏਮਜ਼ ਹੋਵੇ, ਹਰ ਜ਼ਿਲ੍ਹੇ 'ਚ PGI ਹੋਵੇ, ਇਸ ਤਰ੍ਹਾਂ ਦੀ ਵਿਵਸਥਾ ਹੋਣੀ ਚਾਹੀਦੀ ਹੈ ਪੰਜਾਬ 'ਚ, ਕਿਉਂਕਿ ਕੈਂਸਰ ਦੇ ਬੜੇ ਕੇਸਿਸ ਨੇ। ਅਤੇ ਉਹ ਸਾਰਾ ਹੋਵੇ, ਸਸਤਾ ਇਲਾਜ ਲੋਕਾਂ ਨੂੰ ਮਿਲੇ, ਉਹ BJP ਦਾ ਵਿਜ਼ਨ ਆ। ਔਰ ਰੋਡ ਨੈਟਵਰਕ ਜਿਹੜਾ ਹੈਗਾ ਬਾਕੀ ਜਗ੍ਹਾ ਵੀ ਦੇਸ਼ ਨਾਲ ਜੁੜੇ ਔਰ ਰੇਲ ਕਨੈਕਟੀਵਿਟੀ ਹੋਰ ਵਧੇ,
ਉਹਦੀ ਕੋਸ਼ਿਸ਼ ਕਰਾਂਗੇ। ਪਿਛਲੇ ਸਮੇਂ ਦੌਰਾਨ ਜਿਹੜੇ ਸਿੱਖ ਆਗੂਆਂ ਨੇ ਬੀਜੇਪੀ ਨੂੰ ਜੁਆਇਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਬੀਜੇਪੀ ਸਿੱਖਾਂ ਦੇ ਵੱਡੇ ਮਸਲੇ ਹੱਲ ਕਰੇਗੀ। ਉਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਆਇਆ। ਉਹਨਾਂ ਬੰਦੀ ਸਿੰਘਾਂ ਦੇ ਵਿੱਚੋਂ ਹੀ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੈ, ਉਹਨਾਂ ਦੀ ਰਿਹਾਈ ਨਹੀਂ ਹੋ ਰਹੀ। ਕੇਜਰੀਵਾਲ ਸਰਕਾਰ ਦੇ ਉੱਪਰ ਆਰੋਪ ਲੱਗ ਰਹੇ ਨੇ ਕਿ ਉਹਨਾਂ ਨੇ ਫਾਈਲ ਆਪਣੇ ਟੇਬਲ ਤੇ ਰੱਖੀ ਹੋਈ ਹੈ। ਤੁਹਾਨੂੰ ਕੀ ਲੱਗਦਾ ਹੈ ਬੀਜੇਪੀ ਕਿਹੜੇ-ਕਿਹੜੇ ਮਸਲੇ ਹੱਲ ਕਰੇਗੀ? ਖਾਸ ਤੌਰ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਕਦੋਂ ਤੱਕ ਹੱਲ ਹੋਏਗਾ? ਦੇਖੋ, ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ, ਜਿਹੜੇ ਕੋਈ ਮੁਲਕ ਦੇ ਲਈ ਖਤਰਾ ਨਹੀਂ ਹੈ, ਜ਼ਿਆਦਾ ਇਸ ਤਰ੍ਹਾਂ ਦੇ ਹਾਰਡਕੋਰ ਅਪਰਾਧੀ ਨਹੀਂ ਹੈ, ਅੱਗੇ ਅਪਰਾਧ ਕਰਨ ਦੀ ਗੁੰਜਾਇਸ਼ ਨਹੀਂ ਹੈ, ਉਹਨਾਂ ਲੋਕਾਂ ਨੂੰ ਰਿਹਾ ਕਰ ਦੇਣਾ ਚਾਹੀਦਾ। ਤੇ ਬਾਕੀ ਮੈਂ ਕਿਸੇ ਕ੍ਰਿਮੀਨਲ ਦੇ ਕਦੇ ਹੱਕ 'ਚ ਨਹੀਂ ਰਹਿੰਦਾ, ਨਾ ਜਾਤੀ ਕਰਕੇ, ਨਾ ਧਰਮ ਕਰਕੇ, ਨਾ ਰੰਗ ਕਰਕੇ। ਜੇ ਕੋਈ ਸਿੱਖ ਆ, ਜੇ ਉਹ ਦੁਨੀਆ ਦਾ ਵੱਡੇ ਤੋਂ ਵੱਡਾ ਸਮਗਲਰ ਆ, ਕਿਉਂ ਛੱਡੋ ਉਹਨੂੰ? ਠੀਕ ਹੈ ਨਾ ਗੱਲ। ਜੇ ਕੋਈ ਹਿੰਦੂ ਆ, ਜੇ ਹਿੰਦੂ ਕੋਈ ਮੁੱਖ ਮੰਤਰੀ ਹੋਵੇ ਤੇ ਉਹ ਸਭ ਤੋਂ ਬੜਾ ਕ੍ਰਿਮੀਨਲ ਹੋਵੇ, ਜਿਸ ਤਰ੍ਹਾਂ ਉੱਥੇ ਵਿਕਾਸ ਦੁਬੇ ਸੀ, ਕ੍ਰਿਮੀਨਲ ਸੀ ਨਾ ਕਾਨਪੁਰ ਵਾਲਾ। ਜੋਗੀ ਜੀ ਨੇ ਦੂਜੇ ਦਿਨ ਕਿਹਾ ਕਿ ਇਹ ਮੈਨੂੰ ਮਰਿਆ ਚਾਹੀਦਾ, ਇਹਨੇ ਮੇਰੇ 8 ਪੁਲਿਸ ਵਾਲੇ ਮਾਰਤੇ। ਆ ਗਿਆ ਨਾ। ਬਹੁਤ ਲੋਕਾਂ ਨੇ ਇਤਰਾਜ਼ ਕੀਤਾ, ਹਿੰਦੂ ਸੀ ਜੀ, ਐਂ ਸੀ, ਮਾਰਤਾ। ਹਿੰਦੂ ਨੂੰ ਗੈਂਗਸਟਰ ਬਣਨ ਦੀ ਕਿਸੇ ਨੇ ਇਜਾਜ਼ਤ ਦਿੱਤੀ? ਔਰ ਬੀਜੇਪੀ ਇਹ ਤਾਂ ਮਹਿਸੂਸ ਕਰਦੀ ਹੈ ਨੇ ਕਿ ਜਿਹੜੇ ਬੰਦੀ ਸਿੰਘ ਨੇ ਉਹ ਜ਼ਰੂਰਤ ਤੋਂ ਜ਼ਿਆਦਾ ਜਿਹੜੀ ਸਜ਼ਾ ਹੈ ਭੁਗਤ ਚੁੱਕੇ ਨੇ, ਹੁਣ ਤੱਕ ਰਿਹਾ ਨਹੀਂ ਕੀਤੇ ਗਏ। ਉਹ ਬਈ ਹੋਣੇ ਚਾਹੀਦੇ ਆ ਉਹਨਾਂ ਦੇ। ਦੇਖੋ, ਰੂਲ ਆਫ ਲਾਅ ਜਿਹੜਾ ਉਹ ਤਾਂ ਫੋਲੋ ਕਰਨਾ ਪਊਗਾ। ਠੀਕ ਹੈ, ਜੋ ਵੀ ਪ੍ਰੋਵੀਜ਼ਨ ਜੋ ਹੈਗੇ ਆ, ਜਿਸ ਤਰ੍ਹਾਂ ਦਵਿੰਦਰਪਾਲ ਭੁੱਲਰ ਦੀ ਆ, ਵਿਚਾਰੇ ਦੀ ਮਾਨਸਿਕਤਾ ਵੀ ਠੀਕ ਨਹੀਂ ਹੈ, ਉਹਦੀ ਫਾਈਲ ਰੋਕਤੀ ਆ, ਤੇ ਉਹ ਨਹੀਂ ਰੋਕਣੀ ਚਾਹੀਦੀ ਸੀ ਕੇਜਰੀਵਾਲ ਨੂੰ। ਇਹ ਬਹੁਤ ਬੜਾ ਅਪਰਾਧ ਕਰਦਾ ਇੱਦਾਂ ਦਾ, ਇਹ ਕਰਦਾ ਹੀ ਜਾਂਦਾ ਲੋਕਾਂ ਨਾਲ ਇੱਦਾਂ ਦੀਆਂ ਹਰਕਤਾਂ। ਪੁੱਛਾ ਨਾ। ਤੇ ਜੇ ਪੰਜਾਬ 'ਚ ਕਿਤੇ ਗਲਤੀ ਨਾਲ ਆ ਗਏ ਤੇ ਪੰਜਾਬ 'ਚ ਇਦੋਂ ਵੱਧ ਨੇ, ਤੁਸੀਂ ਸਾਰੇ ਦੁਖੀ ਹੋ ਜਾਓਗੇ ਰੋਜ਼। ਪਹਿਲਾਂ ਤਾਂ ਪੱਤਰਕਾਰਾਂ ਨੂੰ ਹੀ ਬੰਦੇ ਬਣਾਉਣਗੇ, ਫਿਰ ਸਾਡੇ ਵਰਗਿਆਂ ਨੂੰ ਬਣਾਉਣਗੇ। ਤੁਸੀਂ ਕਿਹਾ ਪੱਤਰਕਾਰਾਂ ਨੂੰ ਬੰਦੇ ਬਣਾਉਣਗੇ, ਪੱਤਰਕਾਰਾਂ ਨੂੰ ਕਿਉਂ ਇਹ ਸ਼ਬਦ ਤੁਸੀਂ ਕਿਉਂ ਵਰਤਿਆ? ਮੈਂ ਵਰਤਿਆ, ਹਰੇਕ ਵਰਗ ਨਾਲ ਹੀ ਧੱਕਾ ਕਰਨਗੇ, ਹਰੇਕ ਵਰਗ ਨਾਲ ਧੱਕਾ ਕਰਨਗੇ, ਜਿਹਦੀ ਨੇਚਰ ਹੁੰਦੀ ਹੈ, ਮਾਨਸਿਕਤਾ ਹੁੰਦੀ ਹੈ। ਕਿੱਦਾਂ ਦਾ ਧੱਕਾ? ਉਹ ਤਾਂ ਕਹਿੰਦੇ ਨੇ ਅਸੀਂ ਦਿੱਲੀ ਮਾਡਲ ਪੰਜਾਬ ਦੇ ਵਿੱਚ ਲਾਗੂ ਕਰਾਂਗੇ, ਦਿੱਲੀ 'ਚ ਅਸੀਂ ਬਿਜਲੀ ਪਾਣੀ ਸਭ ਕੁਝ। ਭਾਈ, ਦਿੱਲੀ ਤਾਂ ਇੱਕ ਕੈਪੀਟਲ ਆ ਦੇਸ਼ ਦੀ, ਇੱਕ ਸ਼ਹਿਰ ਆ। ਉਸ ਸ਼ਹਿਰ ਦਾ ਮੁੱਖ ਮੰਤਰੀ ਦਾ ਨਾਮ ਮੇਅਰ ਹੋਣਾ ਚਾਹੀਦਾ, ਉਹ ਮੁੱਖ ਮੰਤਰੀ ਹੈ। ਇਸ ਕਰਕੇ ਕਿਹੜਾ ਮਾਡਲ ਆ ਉੱਥੋਂ ਦਾ ਕੇਂਦਰ ਪੈਸਾ ਦਿੰਦਾ, ਉਹ ਲਾਗੂ ਕਰ ਦਿੰਦੇ। ਹੋਰ ਕੀ ਹੈ? ਤੁਹਾਨੂੰ ਕੋਈ ਦੂਜਾ ਬੰਦਾ ਪੈਸਾ ਦੇਵੇ, ਤੁਸੀਂ ਖਰਚ ਕਰੋ, ਹੋ ਜਾਂਦਾ। ਜੇ ਤੁਸੀਂ ਪਹਿਲਾਂ ਹੀ ਕਰਜ਼ੇ 'ਚ ਡੁੱਬੇ ਹੋ, ਤੁਹਾਨੂੰ ਕਿਸੇ ਨੇ ਪੈਸਾ ਦੇਣਾ ਨਹੀਂ ਹੈ, ਫਿਰ ਕਿੱਧਰ ਨੂੰ ਜਾਓਗੇ? ਇੱਥੇ ਡਬਲ ਇੰਜਨ ਦੀ ਸਰਕਾਰ ਦੀ ਜ਼ਰੂਰਤ ਆ। ਜਿਹੜੀ ਸਰਕਾਰ ਕੇਂਦਰ 'ਚ ਹੋਵੇ ਉਹੀ ਪੰਜਾਬ 'ਚ ਬਣੇ। ਪ੍ਰਧਾਨ ਮੰਤਰੀ ਸਾਹਿਬ ਹੁਣ ਆਉਣਗੇ, ਕੋਈ ਰੈਲੀ ਹੋਏਗੀ? ਪਹਿਲਾਂ ਜਦੋਂ ਰੈਲੀ ਹੋਈ ਸੀ ਉਸ ਸਮੇਂ ਤਾਂ ਕਿਹਾ ਗਿਆ ਕਿ 700 ਕੁਰਸੀਆਂ ਸੀ, ਥੋੜ੍ਹੀਆਂ ਕੁਰਸੀਆਂ ਸੀ। ਇਲੈਕਸ਼ਨ ਕਮਿਸ਼ਨ ਅਲਾਓ ਕਰੇਗਾ, ਉਹਦੇ ਰੂਲ ਪਰਮਿਸ਼ਨ ਦੇਣਗੇ, ਸੰਵਿਧਾਨਕ ਸੰਸਥਾਵਾਂ ਦਾ ਆਦਰ ਆ, ਤੇ ਪ੍ਰਧਾਨ ਮੰਤਰੀ ਜ਼ਰੂਰ ਆਉਣਗੇ। ਜੇ ਉਹ ਨਹੀਂ ਅਲਾਓ ਕਰੇਗਾ, ਫਿਰ ਜਿਸ ਤਰ੍ਹਾਂ ਦੀ ਵਿਵਸਥਾ ਹੋਏਗੀ, ਵਰਚੁਅਲ ਕਰਨੀਆਂ ਨੇ, ਕਿਸ ਤਰ੍ਹਾਂ ਕਰਨਾ, ਫਿਰ ਉਹ ਹੋਏਗਾ ਤੇ ਉਹ ਉਹਦੇ ਮੁਤਾਬਕ ਹੋਏਗਾ। ਆਖਰੀ ਸਵਾਲ ਕਰਦਾ ਮੈਂ। ਚਰਚਾ ਇਸ ਗੱਲ ਦੀ ਹੈ ਕਿ ਬੀਜੇਪੀ ਹੁਣ ਸਿੱਖਾਂ ਨੂੰ ਆਪਣੇ ਨਾਲ ਲਾਉਣਾ ਚਾਹੁੰਦੀ ਹੈ। ਇੱਕ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਿਛਲੇ ਸਮੇਂ ਬਿਆਨ ਦਿੱਤੇ ਕਿ ਬੀਜੇਪੀ ਦੀ ਮਾਂ ਆਰਐਸਐਸ ਹੈ ਤੇ ਆਰਐਸਐਸ ਅੰਦਰ ਖਾਤੇ ਸਿੱਖਾਂ ਦੀਆਂ ਜੜ੍ਹਾਂ ਵੱਢ ਰਹੀ ਹੈ, ਇਤਿਹਾਸ ਦੇ ਵਿੱਚ ਵਿਗਾੜ ਕਰ ਰਹੀ ਹੈ, ਜਾਂ ਕੁਝ ਹੋਰ ਇਦਾਂ ਦੇ ਉਹਨਾਂ ਦੇ ਬਿਆਨ ਆਏ। ਹੁਣ ਦੂਜੇ ਪਾਸੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਜੇਪੀ ਸਿੱਖਾਂ ਦੇ ਵੱਡੇ ਮਸਲੇ ਹੱਲ ਕਰੇਗੀ। ਕੀ ਸਹੀ ਮੰਨਿਆ ਜਾਏ? ਦੇਖੋ, ਜਥੇਦਾਰ ਅਕਾਲ ਤਖਤ ਸਾਹਿਬ ਦਾ ਇਸਤੇਮਾਲ ਇੰਨਾ ਗਲਤ ਹੋ ਰਿਹਾ। ਐਡੀ ਵੱਡੀ ਸੰਸਥਾ ਦਾ ਕਾਰਿਆਵਾਹਕ ਅਧਿਅਕਸ਼ ਆ, ਕਾਰਿਆਵਾਹਕ ਜਥੇਦਾਰ ਹੈ ਨਾ, ਪਰਮਾਨੈਂਟ ਨਹੀਂ ਹੈ ਨਾ। ਉਹ ਕਿੱਡੀ ਅਪਮਾਨ ਕਰਨ ਵਾਲੀ ਗੱਲ ਆ। ਇਹ ਬਾਦਲ ਪਰਿਵਾਰ ਆਪਣੇ ਹਿਸਾਬ ਨਾਲ ਚਲਾਉਂਦਾ। ਉਹਨਾਂ ਨੇ ਭਾਸ਼ਣ ਦਵਾਇਆ ਉਹਨਾਂ ਤੋਂ ਕਿ ਅਕਾਲੀ ਦਲ ਦੀ ਮਦਦ ਕਰੋ। ਅਕਾਲ ਤਖਤ ਸਾਹਿਬ ਦਾ ਜਥੇਦਾਰ ਇੱਦਾਂ ਕਹੇ ਕਿ ਅਕਾਲੀ ਦਲ ਕੋਈ ਗਲਤ ਕੰਮ ਨਹੀਂ ਕਰਦਾ। ਕਿਸ ਤਰ੍ਹਾਂ ਕੀਤਾ ਇੱਕ ਪਰਿਵਾਰ ਦਾ ਪਾਲਣ ਪੋਸ਼ਣ, ਤੇ ਉਹ ਕਿਸ ਤਰ੍ਹਾਂ ਮਾਫੀਆ ਚਲਾਇਆ ਅਕਾਲੀ ਦਲ ਨੇ, ਕਿਸ ਤਰ੍ਹਾਂ ਉਹਦੇ 'ਚ ਬੜੋਤਰੀ ਕੀਤੀ। ਤੇ ਜਥੇਦਾਰ ਸਾਹਿਬ ਨੂੰ ਇਹਨਾਂ ਦੇ ਬਾਰੇ ਇਦਾਂ ਦਾ ਬਿਆਨ ਨਹੀਂ ਦੇਣੇ ਚਾਹੀਦੇ। ਜਿਹੜੀ ਇਹ ਚਰਚਾ ਕਰਦੇ ਨੇ ਕਿ ਆਰਐਸਐਸ ਸਿੱਖ ਧਰਮ ਨੂੰ ਅੰਦਰ ਖਾਤੇ ਖੋਖਲਾ ਕਰ ਰਹੀ ਹੈ, ਉਸ ਬਾਰੇ ਤੁਹਾਡਾ ਕੀ ਕਹਿਣਾ? ਉਹਨਾਂ ਨੂੰ ਪਤਾ ਹੋ ਤਾਂ ਕੋਈ ਸਬੂਤ ਲੈ ਕੇ ਆਉਣ, ਵੈਸੇ ਹੀ ਬੋਲੀ ਜਾਣਾ, ਉਹਦਾ ਕੀ ਫਾਇਦਾ ਜੀ? ਇਹਨਾਂ ਗੱਲਾਂ 'ਚ ਕੋਈ ਆਧਾਰਹੀਣ ਗੱਲਾਂ ਨੇ ਇਹ ਜਥੇਦਾਰ ਸਾਹਿਬ ਨੂੰ ਨਹੀਂ ਕਰਨੀਆਂ ਚਾਹੀਦੀਆਂ। ਉਹਨਾਂ ਨੂੰ ਵੀ ਪਤਾ ਮੈਂ ਗਲਤ ਗੱਲਾਂ ਕਰਦਾ, ਸਭ ਪਤਾ, ਔਰ ਉਹ ਕਰਨਾ ਵੀ ਨਹੀਂ ਚਾਹੁੰਦੇ, ਪਰ ਮਜਬੂਰੀ 'ਚ ਹੁਣ ਨੌਕਰੀ ਹੈ। ਜਦੋਂ ਸਿਰਸਾ ਨੇ ਬੀਜੇਪੀ ਜੁਆਇਨ ਕੀਤੀ, ਉਹਨਾਂ ਕਿਹਾ ਕਿ ਵੱਡੇ ਮਸਲੇ ਹੱਲ ਹੋਣਗੇ। ਕੀ ਲੱਗਦਾ ਹੁਣ ਕਿਹੜੇ ਮਸਲੇ ਹੱਲ ਹੋਣ ਵਾਲੇ? ਪੁੱਛੋ, ਅਸੀਂ ਤਾਂ ਜਿੰਨੇ ਬੜੇ ਆ ਸਾਰੇ ਹੱਲ ਕਰਤੇ ਤੇ ਬਾਕੀ ਸਿਰਸਾ ਤੋਂ ਪੁੱਛ ਲੈਣਾ, ਜਿਹੜੇ ਉਹ ਕਹਿੰਦੇ ਆ ਵੱਡੇ ਮਸਲੇ ਆ, ਮੈਨੂੰ ਨਹੀਂ ਪਤਾ। ਤੁਹਾਨੂੰ ਕੀ ਲੱਗਦਾ ਪੰਜਾਬ ਦੇ ਕਿਹੜੇ ਵੱਡੇ ਮਸਲੇ? ਜਿੰਨੇ ਮਸਲੇ ਸੀ ਉਹ ਸਾਰੇ ਹੱਲ ਤਾਂ ਕਰਤੇ, ਹੋਰ ਜਿਹੜੇ ਆਉਣਗੇ ਉਹ ਵੀ ਹੱਲ ਹੋਣਗੇ। ਆ ਦੇਖੋ, ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਜਿਹੜਾ, ਤੇ ਉਹਦੀ ਸਾਡੀ ਬਹੁਤ ਦੇਰ ਦੀ ਮੰਗ ਸੀ
ਪ੍ਰਧਾਨ ਮੰਤਰੀ ਜੀ ਨੇ ਉਹ ਕਰਤਾ। ਠੀਕ ਹੈ। ਉਸ ਤੇ ਵੀ ਸਵਾਲ ਉੱਠੇ ਕਿ ਬਾਲ ਦਿਵਸ ਨਹੀਂ ਹੋਣਾ ਚਾਹੀਦਾ, ਉਹ ਸਾਡੇ ਬਾਬੇ ਨੇ। ਅਰੇ ਯਾਰ, ਸਵਾਲ ਉਠਾਉਣ ਵਾਲਿਆਂ ਨੂੰ ਤਾਂ ਉਠਾਉਂਦੇ ਰਹਿਣੇ ਆ। ਉਹ ਪਹਿਲਾਂ ਬਾਲ ਦਿਵਸ ਵੀ ਨਹੀਂ ਕਰਵਾ ਪਾਏ 70 ਸਾਲ, ਜਿਹੜੇ ਸਵਾਲ ਉਠਾਉਂਦੇ 74 ਸਾਲ ਦੇਸ਼ ਨੂੰ ਆਜ਼ਾਦ ਹੋਏ ਹੋ ਗਏ ਨਾ। ਉਹਨਾਂ ਦਾ ਅਸੀਂ ਕਹਿੰਦੇ ਕਿ ਉਹਨਾਂ ਦਾ ਕਿਤਾਬਾਂ 'ਚ ਪੜ੍ਹਾਇਆ ਜਾਣਾ ਚਾਹੀਦਾ, ਉਹਨਾਂ ਤੋਂ ਦੂਸਰੇ ਬੱਚੇ ਪ੍ਰੇਰਣਾ ਲੈਣ। ਠੀਕ ਹੈ। ਉਹ ਠੀਕ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਉਸ ਸਮੇਂ ਇਹ ਕਿਹਾ ਕਿ ਜੇਕਰ ਬੀਜੇਪੀ ਨੇ ਐਲਾਨ ਕਰਨਾ ਸੀ, ਸਰਕਾਰ ਨੇ ਐਲਾਨ ਕਰਨਾ ਸੀ, ਤਾਂ ਕੁਝ ਵਿਦਵਾਨਾਂ ਦੇ ਨਾਲ ਇਸ ਤੇ ਚਰਚਾ ਕਰ ਲੈਣੀ ਚਾਹੀਦੀ ਸੀ। ਅਸੀਂ ਸਵਾਗਤ ਕਰਦੇ ਹਾਂ, ਪਰ ਨਾਮ ਠੀਕ ਨਹੀਂ। ਇਹ ਚਰਚਾ ਕਰਕੇ ਹੀ ਸਾਰਾ ਕੁਝ ਹੋਇਆ। ਇਹ ਪੂਰੇ ਦੇਸ਼ 'ਚ ਦੁਨੀਆ 'ਚ ਸਮਝਾਉਣਾ, ਵੀਰ ਦਾ ਮਤਲਬ ਕੀ ਹੈ? ਬਹਾਦਰ ਹੈ। ਪੂਰੇ ਦੇਸ਼ ਦੇ ਲੋਕ ਸਮਝਦੇ ਆ ਵੀਰ ਕੀ ਹੁੰਦਾ। ਠੀਕ ਹੈ। ਇਹ ਸੰਸਕ੍ਰਿਤ ਦਾ ਸ਼ਬਦ ਆ ਅਤੇ ਇਹ ਬਾਬਾ ਲਿਖਦੇ ਹੋ, ਉਹਦੇ ਨਾਲ ਪਤਾ ਹੀ ਨਹੀਂ ਲੱਗਣਾ। ਠੀਕ ਹੈ ਨਾ ਗੱਲ। ਅਤੇ ਉਹ ਸ਼ਬਦ ਜਿਹਨੂੰ ਸਾਰੇ ਸਮਝ ਸਕਦੇ, ਸਿੱਖ ਵਿਦਵਾਨਾਂ ਨਾਲ ਸਲਾਹ ਕਰਕੇ ਹੋਇਆ। ਇਹ ਇੱਦਾਂ ਨਹੀਂ ਹੋਇਆ। ਇਹ ਤਾਂ ਮਾਊਥ ਪੀਸ ਨੇ ਬਾਦਲਾਂ ਦੇ, ਜਿਹੜੇ ਧਾਮੀ ਸਾਹਿਬ ਨੇ, ਅਤੇ ਇਹ ਜਥੇਦਾਰ ਸਾਹਿਬ ਵੀ ਉਹੀ ਬੋਲਦੇ ਆ। ਅਤੇ ਇਸ ਕਰਕੇ ਇਹਨਾਂ ਦੀ ਬੋਲੀ ਬੋਲਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਆਖਰੀ ਸਵਾਲ ਹੁਣ, ਕੌਣ ਬਣੇਗਾ ਪੰਜਾਬ ਦਾ ਮੁੱਖ ਮੰਤਰੀ? ਕੀ ਲੱਗਦਾ ਤੁਹਾਨੂੰ? ਇਸ ਤਰ੍ਹਾਂ ਜਿਹਦੇ ਜ਼ਿਆਦਾ ਵਿਧਾਇਕ ਆਉਣਗੇ ਉਹੀ ਬਣੇਗਾ। ਉਹਨਾਂ ਤੋਂ ਬਿਨਾਂ ਤਾਂ ਬਣ ਨਹੀਂ ਸਕਦਾ। ਪਹਿਲਾਂ ਆਸ ਹੈ ਤੁਹਾਡੇ ਵਿਧਾਇਕ ਜ਼ਿਆਦਾ ਹੋਣਗੇ? ਸਾਨੂੰ ਤਾਂ ਪੂਰੀ ਉਮੀਦ ਆ। ਬਣ ਲੈਣ ਦਿਓ, ਆਪਾਂ ਕਿਉਂ ਜਲਦੀ 'ਚ ਹੋਈਏ। ਫਿਰ ਬੀਜੇਪੀ ਦਾ ਚਿਹਰਾ ਕਿਹੜਾ ਹੋਏਗਾ? ਚਿਹਰਾ ਮੋਦੀ ਜੀ ਤੈਅ ਕਰਨਗੇ, ਸਾਰੇ ਵਿਧਾਇਕ ਤੈਅ ਕਰਨਗੇ। ਉਹ ਜਿਹੜਾ ਹੋਏਗਾ ਆਰਾਮ ਨਾਲ ਹੀ ਬਣੇਗਾ, ਕੋਈ ਐਸੀ ਗੱਲ ਨਹੀਂ। ਧੰਨਵਾਦ ਗਰੇਵਾਲ ਸਾਹਿਬ। ਬੀਜੇਪੀ ਦੇ ਆਗੂ ਹਰਜੀਤ ਸਿੰਘ ਗਰੇਵਾਲ ਗੱਲਬਾਤ ਕਰ ਰਹੇ ਸਨ। ਪੰਜਾਬ ਦੇ ਵਿੱਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਬੀਜੇਪੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਜੇਪੀ ਇਸ ਵਾਰ ਵੱਡੀ ਜਿੱਤ ਦਰਜ ਕਰਾਏਗੀ ਤੇ ਸਰਕਾਰ ਬਣਾਏਗੀ। ਸਾਰੀਆਂ ਸਿਆਸੀ ਧਿਰਾਂ ਆਪਣੀ ਆਪਣੀ ਜ਼ੋਰ ਅਜ਼ਮਾਇਸ਼ ਕਰ ਰਹੀਆਂ ਨੇ, ਦਾਅਵੇ ਕੀਤੇ ਜਾ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿਹੜੀ ਪਾਰਟੀ ਬਾਜੀ ਮਾਰਦੀ ਹੈ ਤੇ ਕਿਸ ਪਾਰਟੀ ਦਾ ਮੁੱਖ ਮੰਤਰੀ ਬਣਦਾ ਹੈ। ਕੈਮਰਾਮੈਨ ਪਰਮਿੰਦਰ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ, ਰਾਜਪੁਰਾ।